हाँ जी, ਤਾਂ ਅੱਜ ਆਪਾਂ ਕੀ ਪੜਾਂਗੇ? ਅੱਜ ਆਪਾਂ 6ਵੀਂ ਜਮਾਤ ਦੀ ਭੂਗੋਲ ਦੇ ਪਾਠ ਦੂਸਰੇ ਬਾਰੇ ਜਾਣਾਂਗੇ। ਪਾਠ ਦੂਸਰਾ ਕਿਹੜਾ ਹੈ? ਧਰਤੀ ਦੀਆਂ ਗਤੀਆਂ, ਯਾਨੀ ਕਿ ਧਰਤੀ ਦੀ ਅਸੀਂ ਗਤੀ ਬਾਰੇ ਜਾਣਾਂਗੇ ਕਿ ਧਰਤੀ ਦੀਆਂ ਕਿਹੜੀਆਂ-ਕਿਹੜੀਆਂ ਗਤੀਆਂ ਹੁੰਦੀਆਂ ਹਨ। ਠੀਕ ਹੈ ਜੀ। ਤਾਂ ਗਤੀ ਦਾ ਪਹਿਲਾ ਮਤਲਬ ਸਮਝੋ ਕਿ ਗਤੀ ਹੁੰਦਾ ਕੀ ਹੈ। ਗਤੀ ਦਾ ਮਤਲਬ ਹੈ ਚਾਲ। ਚਾਲ ਮਤਲਬ ਚੱਲਣਾ, ਕਿ ਜਿਹੜੀ ਧਰਤੀ ਹੈ ਉਹ ਕਿਸ ਤਰੀਕੇ ਨਾਲ ਚੱਲ ਰਹੀ ਹੈ। ਠੀਕ ਹੈ ਜੀ। ਤਾਂ ਧਰਤੀ ਹੈ ਜਿਹੜੀ ਉਹ ਕੀ ਹੈ, ਕਿਸ ਤਰੀਕੇ ਨਾਲ ਚੱਲ ਰਹੀ ਹੈ, ਕਿਹੜੀਆਂ-ਕਿਹੜੀਆਂ ਉਹਦੀਆਂ ਗਤੀ ਕਰਨ ਦੀਆਂ ਤਰੀਕੇ ਨੇ, ਅਸੀਂ ਉਹਨਾਂ ਦੇ ਬਾਰੇ ਚ ਇਸ ਪਾਠ ਦੇ ਵਿੱਚ ਪੜਾਂਗੇ। ਠੀਕ ਹੈ ਜੀ। ਤਾਂ ਇੰਨਾ ਕਲੀਅਰ ਹੋ ਗਿਆ ਕਿ ਪੜਨਾ ਕੀ ਹੈ? ਧਰਤੀ ਦੇ ਘੁੰਮਣ ਦੇ ਬਾਰੇ ਚ, ਕਿ ਧਰਤੀ ਕਿਸ ਕਿਸ ਤਰ੍ਹਾਂ ਨਾਲ ਘੁੰਮ ਰਹੀ ਹੈ। ਠੀਕ ਹੈ ਜੀ। ਤੇ ਉਹਦਾ ਸਾਡੇ ਉੱਪਰ ਕੀ ਪ੍ਰਭਾਵ ਪੈ ਰਿਹਾ ਹੈ, ਕਿਹੜੀਆਂ ਚੀਜ਼ਾਂ ਉਹਨਾਂ ਦੇ ਕਾਰਨ ਬਣ ਰਹੀਆਂ ਨੇ। ਕਲੀਅਰ? ਚਲੋ, ਤਾਂ ਹੁਣ ਅਸੀਂ ਇੱਕ ਇੱਕ ਕਰਕੇ ਸਮਝਦੇ ਹਾਂ। ਤਾਂ ਸਭ ਤੋਂ ਪਹਿਲਾਂ ਧਰਤੀ ਦੀ ਗਤੀਆਂ ਬਾਰੇ ਜਦੋਂ ਅਸੀਂ ਦੇਖਦੇ ਹਾਂ, ਧਰਤੀ ਜਿਹੜੀ ਹੈ ਉਹ ਦੋ ਤਰੀਕਿਆਂ ਨਾਲ ਘੁੰਮਦੀ ਹੈ। ਠੀਕ ਹੈ ਜੀ। ਇੱਕ ਤਾਂ ਆਪਣੇ ਧੁਰੇ ਦੁਆਲੇ, ਦੂਸਰਾ ਸੂਰਜ ਦੇ ਦੁਆਲੇ। ਤਾਂ ਅੱਜ ਅਸੀਂ ਜਾਣਾਂਗੇ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ ਉਸ ਬਾਰੇ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਦੇਖੋ, ਜਦੋਂ ਸ਼ੁਰੂਆਤੀ ਦੌਰ ਸੀਗਾ ਉਦੋਂ ਕੀ ਸਮਝਿਆ ਜਾਂਦਾ ਸੀ? ਉਦੋਂ ਸਮਝਦੇ ਸੀ ਕਿ ਜਿਹੜਾ ਸੂਰਜ ਹੈ ਉਹ ਕੀ ਹੈ? ਧਰਤੀ ਦਾ ਚੱਕਰ ਲਗਾ ਰਿਹਾ ਹੈ। ਸੂਰਜ ਹੈ ਜਿਹੜਾ ਉਹ ਕੀ ਹੈ? ਧਰਤੀ ਦਾ ਚੱਕਰ ਲਗਾ ਰਿਹਾ ਹੈ। ਤੁਸੀਂ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਵੀ ਏਦਾਂ ਹੀ ਲੱਗਦਾ ਕਿ ਸਵੇਰੇ ਦਾ ਸੂਰਜ ਇੱਧਰ ਸੀ, ਦੁਪਹਿਰ ਨੂੰ ਇੱਥੇ ਹੋ ਜਾਂਦਾ ਹੈ, ਫਿਰ ਸ਼ਾਮ ਨੂੰ ਉੱਥੇ ਹੋ ਜਾਂਦਾ ਹੈ। ਠੀਕ ਹੈ। ਜਗ੍ਹਾ ਆਪਣੀ ਕੀ ਹੈ? ਬਦਲਦਾ ਰਹਿੰਦਾ ਹੈ। ਤਾਂ ਸਾਨੂੰ ਕੀ ਮਹਿਸੂਸ ਹੁੰਦਾ ਹੈ ਕਿ ਸੂਰਜ ਜਿਹੜਾ ਉਹ ਦਿਨ ਭਰ ਵਿੱਚ ਕੀ ਹੈ? ਧਰਤੀ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ। ਕਦੇ ਇੱਥੇ ਦਿਖਦਾ, ਕਦੇ ਇੱਧਰ ਦਿਖਦਾ, ਕਦੇ ਪੂਰਬ ਚ, ਕਦੇ ਸ਼ਾਮ ਨੂੰ ਆਂਦੇ ਆਂਦੇ ਉਹ ਪੱਛਮ ਵੱਲ ਹੋ ਜਾਂਦਾ ਹੈ। ਠੀਕ ਹੈ। ਫਿਰ ਜਦੋਂ ਥੋੜਾ ਜਿਹਾ ਸਮਾਂ ਲੰਘਿਆ ਤਾਂ ਕੁਝ ਵਿਗਿਆਨੀ ਆਏ, ਗੈਲੀਲੀਓ ਵਰਗੇ, ਕੋਪਰਨਿਕਸ ਵਰਗੇ ਕੁਝ ਵਿਗਿਆਨੀਆਂ ਨੇ ਫਿਰ ਇਹ ਸਿੱਧ ਕਰਿਆ ਵੀ ਜਿਹੜਾ ਸੂਰਜ ਹੈ ਉਹ ਧਰਤੀ ਦੁਆਲੇ ਨਹੀਂ ਘੁੰਮ ਰਿਹਾ, ਬਲਕਿ ਧਰਤੀ ਹੈ ਜਿਹੜੀ ਉਹ ਸੂਰਜ ਦੇ ਦੁਆਲੇ ਚੱਕਰ ਲਗਾ ਰਹੀ ਹੈ। ਹੁਣ ਤੁਹਾਨੂੰ ਬੜਾ ਸੁਣ ਕੇ ਹੈਰਾਨੀ ਹੋਏਗੀ ਕਿ ਇਹ ਕਿਵੇਂ? ਜੇ ਧਰਤੀ ਚੱਕਰ ਲਗਾ ਰਹੀ ਹੈ ਤਾਂ ਸਾਨੂੰ ਪਤਾ ਕਿਉਂ ਨਹੀਂ ਲੱਗਦਾ? ਧਿਆਨ ਨਾਲ ਦੇਖੋ, ਜਦੋਂ ਆਪਾਂ ਕਿਸੇ ਗੱਡੀ ਦੇ ਵਿੱਚ ਬੈਠ ਕੇ ਜਾ ਰਹੇ ਹਾਂ ਜਾਂ ਬੱਸ ਦੇ ਵਿੱਚ, ਕਾਰ ਦੇ ਵਿੱਚ ਸਫ਼ਰ ਕਰ ਰਹੇ ਹਾਂ, ਜਦੋਂ ਬਹੁਤ ਸਪੀਡ ਨਾਲ ਲੰਘ ਰਹੀ ਹੁੰਦੀ ਹੈ ਤਾਂ ਸਾਨੂੰ ਆਲੇ ਦੁਆਲੇ ਦੀਆਂ ਜਿਹੜੀਆਂ ਇਮਾਰਤਾਂ ਨੇ ਜਾਂ ਪੇੜ ਪੌਦੇ ਨੇ ਉਹ ਏਦਾਂ ਪ੍ਰਤੀਤ ਹੁੰਦੇ ਨੇ ਕਿ ਉਹ ਵੀ ਕੀ ਨੇ? ਪਿੱਛੇ ਨੂੰ ਉਲਟ ਦਿਸ਼ਾ ਵੱਲ ਭੱਜ ਰਹੇ ਨੇ। ਲੱਗਦਾ ਕਿ ਨਹੀਂ ਲੱਗਦਾ? ਜੇ ਨਹੀਂ ਦੇਖਿਆ ਤਾਂ ਧਿਆਨ ਨਾਲ ਦੇਖਿਓ। ਜਦੋਂ ਵੀ ਤੁਸੀਂ ਕਿਸੇ ਵਹੀਕਲ ਦੇ ਵਿੱਚ ਸਫ਼ਰ ਕਰ ਰਹੇ ਹੋ, ਗੱਡੀ ਦੇ ਵਿੱਚ ਜਾਂ ਬੱਸ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ, ਜਦੋਂ ਤੁਸੀਂ ਸਫ਼ਰ ਕਰਦੇ ਹੋ ਤਾਂ ਸਫ਼ਰ ਦੇ ਦੌਰਾਨ ਜਦੋਂ ਤੁਹਾਡੀ ਸਪੀਡ ਤੇਜ਼ ਹੁੰਦੀ ਹੈ ਤਾਂ ਤੁਹਾਨੂੰ ਆਲੇ ਦੁਆਲੇ ਦੀਆਂ ਚੀਜ਼ਾਂ ਜਿਹੜੀਆਂ ਬਾਹਰਲੇ ਪਾਸੇ ਹੁੰਦੀਆਂ ਨੇ, ਇਮਾਰਤਾਂ, ਪੇੜ ਪੌਦੇ, ਇਹ ਸਾਰੇ ਇਸ ਤਰ੍ਹਾਂ ਲੱਗਦੇ ਨੇ ਕਿ ਸਾਡੀ ਉਲਟ ਦਿਸ਼ਾ ਦੇ ਵਿੱਚ ਕੀ ਨੇ? ਬਹੁਤ ਸਪੀਡ ਨਾਲ ਭੱਜ ਰਹੇ ਨੇ। ਹੁਣ ਕੀ ਇਹ ਸੱਚਮੁੱਚ ਭੱਜ ਰਹੇ ਨੇ? ਨਹੀਂ, ਨਹੀਂ ਭੱਜਦੇ ਨਾ। ਪੇੜ ਤਾਂ ਉੱਥੇ ਹੀ ਖੜੇ ਰਹਿੰਦੇ ਨੇ ਕਿ ਪੇੜ ਵੀ ਭੱਜਣ ਲੱਗ ਜਾਂਦੇ ਨੇ। ਠੀਕ ਹੈ। ਤਾਂ ਪੇੜ ਪੌਦੇ ਤਾਂ, ਇਮਾਰਤਾਂ ਉੱਥੇ ਹੀ ਹੁੰਦੀਆਂ ਨੇ, ਪਰ ਉਹ ਸਾਨੂੰ ਏਦਾਂ ਪ੍ਰਤੀਤ ਹੁੰਦੀਆਂ ਨੇ। ਪ੍ਰਤੀਤ ਮਤਲਬ ਸਾਨੂੰ ਏਦਾਂ ਲੱਗਦੀਆਂ ਨੇ, ਮਹਿਸੂਸ ਹੁੰਦੀਆਂ ਨੇ ਕਿ ਉਹ ਵੀ ਕੀ ਨੇ? ਭੱਜ ਰਹੀਆਂ ਨੇ। ਪਰ ਕੀ ਭੱਜ ਰਹੀਆਂ ਨੇ? ਨਹੀਂ, ਉਹ ਆਪਣੀ ਜਗ੍ਹਾ ਤੇ ਉੱਥੇ ਖੜੀਆਂ ਨੇ ਉਹ ਚੀਜ਼ਾਂ। ਸੇਮ ਇਸੇ ਤਰੀਕੇ ਨਾਲ ਸੂਰਜ ਆਪਣੀ ਉਸੇ ਜਗ੍ਹਾ ਤੇ ਖੜਾ ਏ। ਧਰਤੀ ਕੀ ਹੈ? ਚੱਲ ਰਹੀ ਹੈ। ਧਰਤੀ ਕੀ ਹੈ? ਘੁੰਮ ਰਹੀ ਹੈ। ਜਿਵੇਂ ਕਿ ਬੱਸ ਜਾਂ ਗੱਡੀ ਸਾਡੀ ਕੀ ਸੀ? ਚੱਲ ਰਹੀ ਸੀ, ਉਸੇ ਤਰ੍ਹਾਂ ਧਰਤੀ ਵੀ ਕੀ ਹੈ? ਚੱਲ ਰਹੀ ਹੈ। ਠੀਕ ਹੈ। ਪਰ ਆਲੇ ਦੁਆਲੇ ਦੀਆਂ ਇਮਾਰਤਾਂ ਖੜੀਆਂ ਸੀ। ਸੇਮ ਸੂਰਜ ਵੀ ਕੀ ਹੈ? ਖੜਾ ਹੈ, ਧਰਤੀ ਚੱਲ ਰਹੀ ਹੈ। ਹੁਣ ਧਰਤੀ ਇੰਨੀ ਸਪੀਡ ਨਾਲ ਘੁੰਮ ਰਹੀ ਹੈ ਤਾਂ ਸਾਨੂੰ ਉਹ ਸੂਰਜ ਕੀ ਲੱਗਦਾ ਹੈ? ਕਿ ਸੂਰਜ ਵੀ ਕੀ ਹੈ? ਬੜੀ ਸਪੀਡ ਦੇ ਨਾਲ ਚੱਲ ਰਿਹਾ ਹੈ। ਕਦੇ ਸਾਨੂੰ ਸਵੇਰੇ ਪੂਰਬ ਵੱਲ ਨੂੰ, ਫਿਰ ਥੋੜਾ ਜਿਹਾ ਹੋਰ ਚੇਂਜ ਹੋ ਜਾਂਦਾ ਤੇ ਸ਼ਾਮ ਨੂੰ ਆਂਦੇ ਆਂਦੇ ਉਹ ਪੱਛਮ ਵੱਲ ਸਾਨੂੰ ਦਿਖਾਈ ਦਿੰਦਾ ਹੈ। ਪਰ ਨਹੀਂ, ਜਦ ਕਿ ਉਹ ਬਿਲਡਿੰਗਾਂ ਦੀ ਤਰ੍ਹਾਂ ਸੂਰਜ ਕੀ ਹੈ? ਇੱਕੋ ਜਗ੍ਹਾ ਤੇ ਖੜਾ ਹੈ। ਅਸੀਂ ਆਪਣੀ ਤੇਜ਼ ਸਪੀਡ ਦੇ ਨਾਲ ਕੀ ਹੈ? ਧਰਤੀ ਸਾਨੂੰ ਲੈ ਕੇ ਚੱਲ ਰਹੀ ਹੈ। ਇਸ ਕਰਕੇ ਸਾਨੂੰ ਉਹ ਪ੍ਰਤੀਤ ਹੁੰਦਾ ਹੈ ਕਿ ਸੂਰਜ ਘੁੰਮ ਰਿਹਾ ਹੈ। ਠੀਕ ਹੈ। ਹਾਲਾਂਕਿ ਬ੍ਰਹਿਮੰਡ ਦੇ ਵਿੱਚ ਕੋਈ ਵੀ ਚੀਜ਼ ਸਥਿਰ ਨਹੀਂ ਹੈ, ਸਾਰੀਆਂ ਚੀਜ਼ਾਂ ਕੀ ਨੇ? ਘੁੰਮ ਰਹੀਆਂ ਨੇ। ਪਰ ਸੂਰਜ ਧਰਤੀ ਦੇ ਦੁਆਲੇ ਨਹੀਂ ਘੁੰਮ ਰਿਹਾ, ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ। ਠੀਕ ਹੈ ਜੀ। ਕਲੀਅਰ ਹੈ? ਤਾਂ ਧਰਤੀ ਕੀ ਹੈ? ਸੂਰਜ ਦੇ ਦੁਆਲੇ ਘੁੰਮ ਰਹੀ ਹੈ। ਕਲੀਅਰ? ਤਾਂ ਧਰਤੀ ਹੈ ਜਿਹੜੀ ਸਾਡੀ, ਇਹ ਸਾਡੀ ਕੀ ਹੈ? ਧਰਤੀ। ਠੀਕ ਹੈ। ਧਰਤੀ ਦੀ ਸ਼ੇਪ, ਆਕਾਰ ਕਿਹੋ ਜਿਹੀ ਹੈ? ਪੜਿਆ ਸੀ। ਧਰਤੀ ਦੀ ਨੁਹਾਰ ਕਿਹੋ ਜਿਹੀ ਹੈ? ਆਕਾਰ ਇਹਦਾ ਕਿਹੋ ਜਿਹਾ? ਜਿਓੜ, ਜਿਹਨੂੰ ਅਸੀਂ ਕੀ ਬੋਲਦੇ ਹਾਂ? ਧਰਤ ਗੋਲਾ। ਧਰਤ ਗੋਲਾ ਦਾ ਮਤਲਬ ਕੀ ਹੈ? ਕਿ ਸਾਈਡਾਂ ਤੋਂ ਕੀ ਹੈ?
गोल है पर उत्तरी ध्रुव ते दक्षिणी ध्रुवां दे ओह की है चपटी है। तो उपरों की है चपटी है, दक्षिणी ध्रुव तो भी चपटी है, पर इधरों की है वो गोल है। ठीक है, तो ऐसी शेप नूं असीं की बोलते हैं धरत गोला या फिर जियोड। तो साडी धरती की है जियोड। धरती किहदा चक्कर लगा रही है? सूरज का चक्कर लगा रही है। ठीक है, इन्ना क्लीयर हो गया। धरती साडा किहदा चक्कर लगांदी है? सूरज का चक्कर लगांदी है। ठीक है, हुण इस तो इलावा धरती है जिहड़ी ਇਹ ਸਾਨੂੰ ਸਭ ਤੋਂ ਪਹਿਲਾਂ ਦੱਸਿਆ ਕਿਹੜੇ ਵਿਗਿਆਨੀਆਂ ਨੇ, ਇਹਨੂੰ ਕਿਹੜੇ ਵਿਗਿਆਨੀਆਂ ਨੇ ਸਿੱਧ ਕਰਿਆ ਕਿ ਇਹ ਸੂਰਜ ਦੇ ਦੁਆਲੇ ਘੁੰਮ ਰਹੀ ਹੈ? ਗੈਲੀਲੀਓ ਤੇ ਕੋਪਰਨਿਕਸ। ਠੀਕ ਹੈ, ਦੋ ਵਿਗਿਆਨੀ ਸੀ ਗੈਲੀਲੀਓ ਤੇ ਕੋਪਰਨਿਕਸ। ਫਿਰ ਉਹਨਾਂ ਨੇ ਦੱਸਿਆ ਵੀ ਜਿਹੜਾ ਸੂਰਜ ਹੈ ਉਹ ਸਥਿਰ ਹੈ, ਧਰਤੀ ਦੇ ਆਲੇ ਦੁਆਲੇ ਨਹੀਂ ਘੁੰਮ ਰਿਹਾ ਹੈ, ਬਲਕਿ ਧਰਤੀ ਸੂਰਜ ਦਾ ਚੱਕਰ लगा रही है। ठीक है जी, क्लियर है? सूरज किहदा चक्कर लगाएगा? अपनी गैलेक्सी दा। ठीक है, क्लियर? और गैलेक्सी यूनिवर्स दा, पूरे ब्रह्मांड दा। तो पूरे ब्रह्मांड दे विच हरेक चीज कोई ना कोई किसी दा चक्कर जरूर लगा रही है, कोई भी चीज ब्रह्मांड दे विच स्थिर नहीं है। ठीक है जी, हुण जिहड़ी धरती है इहदा एक अपना की है मेन सेंटर पॉइंट है। हुंदा ना हर गोल चीज दा एक की है, एक सेंटर पॉइंट हुंदा है। ठीक है, तो यह की है धुरा एक सेंटर वाला। तो इस धुरे दे दुआले भी धरती की है घूमदी है। तो इस धरती दे दुआले की है धुरे दुआले धरती की है घूमदी है। जिवें मान लो आ की है धरती, ये धरती का की है सेंटर पॉइंट। हुण मैं इहनूं इत्थे रख के इदां इदां घुमावां तो ये की है धरती घूम रही है। ठीक है, धरती की है घूम रही है कित्थे? अपने एक्सिस से, अपने धुरे दुआले। तो धरती अपने धुरे दुआले की है घूमदी है। ठीक है, तो धरती आ अपनी की है धरती है, ग्लोब है ये मॉडल धरती का। ठीक है, धरती के मॉडल नूं की कहंदे ने? ग्लोब। तो आ धरती का की है धुरा, पता ना दो धुरे दे। ठीक है, धुरा विच दे आ उत्तरी ध्रुव, आ दक्षिणी ध्रुव। उत्तरी ते दक्षिणी ध्रुवां नूं मिलाउण वाली एक काल्पनिक रेखा की सीगी? साडी धुरा कहलाउंदी सी। पढ़िया ना पिछले चैप्टर दे विच, पिछले पाठ च असीं धुरा पढ़ चुके हां, उहनूं चंगी तरह रिवाइज करना। उत्तरी ध्रुव ते दक्षिणी ध्रुव नूं मिलाउण वाली जिहड़ी साडी कल्पित रेखा सी ओह की हुंदी है? धुरा। मान लो कि इहदे विच दी की है एक रेखा है। ठीक है, असीं मान ली है। तो उस रेखा दा जिहड़ा दक्षिणी ध्रुव है इस दे दुआले हुण धरती जिहड़ी की है देखो दो ध्रुवां दे विचाले की है घूम रही है। घूम रही है ना, तो किहदे दुआले घूम रही है? अपने धुरे ते। आ सारा की बन गया? धुरा। तो धरती अपने धुरे दुआले की है घूमदी है। ठीक है जी, इदां इदां धरती की है अपने धुरे दुआले घूमदी है। ठीक है, तो ये जिहड़ी धरती घूमदी है ये घूमण लग्गिया इदां 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 घूमदी घूमदी ये किन्ना समा लैंदी है? धरती एक चक्कर पूरा करन दे विच आ सी साडा इंडिया, आ साडा की है भारत। देखो दिख रहा है, ध्यान नाल देखो, देखो ध्यान नाल। ठीक है, आ साडा की है इंडिया है। ठीक है, हुण इत्थों यह शुरू होया तो शुरू हुंदा है इदां इदां करके धरती की है पूरा एक चक्कर कंप्लीट कर लेंदी है। तो ये जिन्ने समय दे विच धरती कंप्लीट करदी है उसे नूं ही धरती दी की बोलदे हैं असीं? दैनिक गति। ठीक है जी, तो इसे नूं असीं की बोलदे हैं? दैनिक गति। हुण ये दैनिक गति कितनी देर दे विच कंप्लीट हुंदी है? 24 घंटियां दे विच। तो धरती है जिहड़ा अपने आ इहदा उत्तरी ध्रुव है ते आ इहदा की है दक्षिणी ध्रुव है। उत्तरी ध्रुव ते दक्षिणी ध्रुव, उत्तरी ध्रुव ते दक्षिणी ध्रुव नूं मिला के एक काल्पनिक रेखा निकलदी है। ठीक है जी, तो ये जिहड़ी काल्पनिक रेखा इहनूं असीं की बोलदे हां? धुरा। तो हुण धरती अपने धुरे दुआले जिहड़ी है घूमदी है। ठीक है, धरती अपने धुरे दुआले जिहड़ी है घूम रही है। ये घूमदे होए अपना एक चक्कर पूरा करन लई कितना समा लैंदी है? 24 घंटे। कितना समा लैंदी है? 24 घंटे, यानी कि एक दिन। इसे नूं ही असीं की बोलदे हां? एक दिन बोलते हैं। ठीक है, तो धरती अपने धुरे दुआले घूमण लई जिन्ना समा लै लैंदी है 24 घंटियां दे विचों जिहड़ी गति करदी है उसे नूं ही असीं की बोलदे हां? धरती दी दैनिक गति। दैनिक दा मतलब
दिन। एक दिन ਦੇ ਵਿੱਚ ਜਿੰਨੀ ਗਤੀ ਧਰਤੀ ਕਰਦੀ ਹੈ ਉਸੇ ਨੂੰ ਅਸੀਂ ਧਰਤੀ ਦੀ ਕੀ ਬੋਲਦੇ ਹਾਂ? ਦੈਨਿਕ ਗਤੀ। ਠੀਕ ਹੈ, ਤਾਂ ਅਸੀਂ ਧਰਤੀ ਦੀ ਕੀ ਪੜ ਰਹੇ ਹਾਂ? ਗਤੀਆਂ। ਤਾਂ ਧਰਤੀ ਦੇ ਵਿੱਚ ਸਾਨੂੰ ਇੱਕ ਗਤੀ ਦਾ ਪਤਾ ਚੱਲ ਗਿਆ, ਕਿਹੜੀ? ਦੈਨਿਕ ਗਤੀ ਦੇ ਬਾਰੇ ਚ। ਠੀਕ ਹੈ ਜੀ, ਤਾਂ ਦੈਨਿਕ ਗਤੀ ਪਤਾ ਲੱਗ ਗਿਆ। ਦੈਨਿਕ, ਦੈਨਿਕ ਦਾ ਮਤਲਬ ਹੁੰਦਾ ਦਿਨ। ਇੱਕ ਦਿਨ ਦੇ ਵਿੱਚ ਧਰਤੀ ਆਪਣੇ ਧੁਰੇ ਦੁਆਲੇ ਜਿੰਨਾ ਘੁੰਮ ਲੈਂਦੀ ਹੈ ਉਸੇ ਨੂੰ ਅਸੀਂ ਕੀ ਬੋਲਦੇ ਹਾਂ? ਧਰਤੀ ਦੀ ਦੈਨਿਕ ਗਤੀ। ਠੀਕ ਹੈ, ਹੁਣ ਇਹ ਕਿੰਨੀ ਦੇਰ ਦੇ ਵਿੱਚ ਘੁੰਮ ਲੈਂਦੀ ਹੈ? 24 ਘੰਟਿਆਂ ਦੇ ਵਿੱਚ। 24 ਘੰਟਿਆਂ ਦੇ ਵਿੱਚ ਇੱਕ ਚੱਕਰ ਇਹ ਕੀ ਆਪਣਾ ਕੰਪਲੀਟ ਕਰ ਲੈਂਦੀ ਹੈ। ਕਲੀਅਰ? ਤਾਂ 24 ਘੰਟਿਆਂ ਦੇ ਵਿੱਚ ਇਹ ਆਪਣਾ ਇੱਕ ਚੱਕਰ ਕੰਪਲੀਟ ਕਰ ਲੈਂਦੀ ਹੈ। ਇਸੇ 24 ਘੰਟਿਆਂ ਦਾ ਹੀ ਕੀ ਬਣ ਜਾਂਦਾ? ਇੱਕ ਦਿਨ। ਠੀਕ ਹੈ, ਦਿਨ ਰਾਤ ਇੱਕ ਦਿਨ। ਠੀਕ ਹੈ, 12 ਘੰਟਿਆਂ ਦਾ ਦਿਨ ਤੇ 12 ਘੰਟਿਆਂ ਦੀ ਰਾਤ। ਕਲੀਅਰ? ਘੱਟ ਵੱਧ ਹੁੰਦਾ ਰਹਿੰਦਾ ਧਰਤੀ ਦੇ ਘੁੰਮਣ ਦੀ ਦਿਸ਼ਾ ਦੇ ਕਾਰਨ। ਕਲੀਅਰ ਹੈ? ਤਾਂ ਦੈਨਿਕ ਗਤੀ ਦੇ ਬਾਰੇ ਚ ਪਤਾ ਚੱਲ ਗਿਆ। ਇੱਕ ਦਿਨ ਦੇ ਵਿੱਚ ਤੈਅ ਕੀਤੀ ਗਈ ਦੂਰੀ। ਠੀਕ ਹੈ, ਕਿੰਨਾ ਧਰਤੀ ਇੱਕ ਚੱਕਰ ਕੰਪਲੀਟ ਕਰ ਲੈਂਦੀ ਹੈ ਜਿੰਨਾ, ਉਸੇ ਨੂੰ ਅਸੀਂ ਧਰਤੀ ਦੀ ਕੀ ਬੋਲਦੇ ਹਾਂ? ਦੈਨਿਕ ਗਤੀ ਬੋਲਦੇ ਹਾਂ। ਠੀਕ ਹੈ ਜੀ, ਕਲੀਅਰ ਹੈ? ਚਲੋ, ਤਾਂ ਧਰਤੀ ਦੈਨਿਕ ਗਤੀ ਵਿੱਚ ਕਿਹਦੇ ਦੁਆਲੇ ਘੁੰਮਦੀ ਹੈ? ਧੁਰੇ ਦੁਆਲੇ ਜਾਂ ਸੂਰਜ ਦੁਆਲੇ? ਕਿਹਦੇ ਦੁਆਲੇ ਘੁੰਮਦੀ ਹੈ? ਆਪਣੇ ਧੁਰੇ ਦੁਆਲੇ। ਧੁਰੇ ਦਾ ਮਤਲਬ ਸਮਝ ਗਏ ਨਾ? ਆਪਣੇ ਐਕਸਿਸ ਦੇ ਦੁਆਲੇ। ਜਿਵੇਂ ਅਸੀਂ ਲੱਟੂ ਹੁੰਦਾ, ਲੱਟੂ ਨੂੰ ਜਦੋਂ ਅਸੀਂ ਘੁਮਾਉਂਦੇ ਆ, ਫੇਕਦੇ ਆ, ਤਾਂ ਲੱਟੂ ਕਿਹਦੇ ਦੁਆਲੇ ਘੁੰਮ ਰਿਹਾ? ਕਿਸੇ ਚੀਜ਼ ਦੇ ਦੁਆਲੇ ਘੁੰਮ ਰਿਹਾ ਹੈ? ਨਹੀਂ। ਕਿੱਥੇ ਘੁੰਮਦਾ ਉਹ? ਆਪਣੇ ਐਕਸਿਸ ਤੇ। ਉਹ ਜਿਹੜਾ ਤਿੱਖੀ ਵਾਲਾ ਨੋਕ ਵਾਲਾ ਪੁਆਇੰਟ ਹੁੰਦਾ ਉਹ ਕੀ ਹੁੰਦਾ? ਉੱਤਰੀ ਧਰੁਵ ਤੇ ਦੱਖਣੀ ਧਰੁਵ ਦੇ ਵਿੱਚ ਦੀ ਕਾਲਪ੍ਰਿਤ ਰੇਖਾ, ਉਹੀ ਉਹਦਾ ਕੀ ਹੈ? ਐਕਸਿਸ, ਯਾਨੀ ਕਿ ਧੁਰਾ। ਤਾਂ ਲੱਟੂ ਜਦੋਂ ਅਸੀਂ ਘੁਮਾਉਂਦੇ ਆ ਉਹ ਵੀ ਕਿਹਦੀ ਐਗਜ਼ਾਮਪਲ ਹੈ? ਧੁਰੇ ਦੁਆਲੇ ਘੁੰਮਣ ਦੀ। ਤਾਂ ਲੱਟੂ ਵੀ ਕਿਹਦੇ ਦੁਆਲੇ ਘੁੰਮਦਾ ਹੈ? ਆਪਣੇ ਧੁਰੇ ਦੁਆਲੇ। ਸੇਮ ਧਰਤੀ ਵੀ ਆਪਣੇ ਧੁਰੇ ਦੁਆਲੇ ਜੋ ਚੱਕਰ ਲਗਾਉਂਦੀ ਹੈ ਉਸੇ ਨੂੰ ਅਸੀਂ ਕੀ ਬੋਲਦੇ ਹਾਂ? ਦੈਨਿਕ ਗਤੀ। ਇੱਕ ਦਿਨ ਦੇ ਵਿੱਚ। ਠੀਕ ਹੈ, ਕਿੰਨੇ ਸਮੇਂ ਦੇ ਬਣਦਾ ਹੈ ਇੱਕ ਦਿਨ ਸਾਡਾ? 24 ਘੰਟਿਆਂ ਦਾ। ਕਿੰਨੇ ਦਾ? 24 ਘੰਟਿਆਂ ਦਾ। ਕਲੀਅਰ? ਕੋਈ ਡਾਊਟ? ਠੀਕ ਹੈ ਜੀ, ਚਲੋ ਹੁਣ ਅੱਗੇ ਆਪਾਂ ਦੇਖਦੇ ਹਾਂ ਜਿਹੜੀ ਸਾਡੀ ਇਹ ਧਰਤੀ ਹੈ, ਇਹ ਸਾਨੂੰ ਪਤਾ ਹੈ ਵੀ ਕੁਛ ਥੋੜੀ ਜਿਹੀ ਕੀ ਹੈ? ਝੁਕੀ ਹੋਈ ਹੈ। ਧਰਤੀ ਕੀ ਹੈ? ਥੋੜੀ ਜਿਹੀ ਕੁਛ ਝੁਕੀ ਹੋਈ ਹੈ। ਠੀਕ ਹੈ, ਆ ਦੇਖੋ, ਇਹ ਧਰਤੀ ਦਾ ਸਾਡਾ ਗਲੋਬ ਹੈ। ਠੀਕ ਹੈ, ਧਰਤੀ ਦੇ ਮਾਡਲ ਨੂੰ ਕੀ ਕਹਿੰਦੇ ਨੇ? ਗਲੋਬ। ਠੀਕ ਹੈ, ਤਾਂ ਆ ਸਾਡੀ ਧਰਤੀ ਹੈ ਜਿਹੜੀ ਕਿ ਦੇਖੋ ਤੁਸੀਂ ਧਿਆਨ ਨਾਲ ਦੇਖਿਓ ਇਹ ਕੀ ਹੈ? ਝੁਕੀ ਹੋਈ ਹੈ। ਸਿੱਧੀ ਜੇ ਹੁੰਦੀ ਤਾਂ ਸਿੱਧੀ ਬਾਲ ਏਦਾਂ ਖੜਦੀ। ਠੀਕ ਹੈ, ਪਰ ਇਹ ਏਦਾਂ ਨਾ ਖੜੀ। ਇਹ ਕਿੱਦਾਂ ਖੜੀ ਹੋਈ ਹੈ? ਏਦਾਂ ਝੁਕ ਕੇ। ਧਿਆਨ ਨਾਲ ਦੇਖੋ ਤੁਸੀਂ, ਕਿੱਧਰ ਨੂੰ ਲੱਗ ਰਿਹਾ? ਉਧਰ ਨੂੰ ਝੁਕੀ ਹੋਈ ਦਿਖ ਰਿਹਾ ਹੈ? ਇੱਕ ਮਿੰਟ ਰੁਕੋ, ਆ ਦੇਖੋ ਹੁਣ ਦਿਖ ਰਿਹਾ? ਠੀਕ ਹੈ, ਚਲੋ, ਤਾਂ ਆ ਧਰਤੀ ਕੀ ਹੈ ਜਿਹੜੀ ਸਾਡੀ ਬਾਲ ਦੀ ਤਰ੍ਹਾਂ ਸਾਨੂੰ ਦਿਖ ਰਹੀ ਹੈ, ਏਦਾਂ ਸਿੱਧੀ ਬਾਲ ਨਾ ਖੜੀ ਹੋ ਕੇ ਕੀ ਹੈ? ਆਪਣੇ ਐਕਸਿਸ ਤੇ ਧੁਰੇ ਦੁਆਲੇ ਕੀ ਹੈ? ਝੁਕੀ ਹੋਈ ਹੈ। ਆ ਧੁਰਾ ਇਹਦਾ ਕੀ ਹੈ? ਦੇਖੋ ਝੁਕਿਆ ਹੋਇਆ ਕਿ ਨਹੀਂ ਝੁਕਿਆ ਹੋਇਆ? ਇਹ ਏਦਾਂ ਸਿੱਧਾ ਹੋਣਾ ਚਾਹੀਦਾ ਸੀ, ਪਰ ਇਹ ਸਿੱਧਾ ਨਾ ਹੋ ਕੇ ਥੋੜਾ ਜਿਹਾ ਕੀ ਹੈ? ਧਰਤੀ ਝੁਕੀ ਹੋਈ ਹੈ। ਠੀਕ ਹੈ, ਮੈਂ ਵੀ ਨਾਲ ਹੀ ਝੁਕ ਰਹੀ ਹਾਂ। ਧਰਤੀ ਕੀ ਹੈ? ਥੋੜੀ ਜਿਹੀ ਝੁਕੀ ਹੋਈ ਹੈ। ਹੁਣ ਇਹ ਜਿਹੜੀ ਧਰਤੀ ਝੁਕੀ ਹੋਈ ਹੈ ਇਹ ਆਪਣੇ ਐਕਸਿਸ, ਇਹਦਾ ਐਕਸਿਸ ਜੇ ਸਿੱਧੀ ਹੁੰਦੀ ਤਾਂ ਇਹ ਸਿੱਧਾ ਬਣਦਾ ਐਕਸਿਸ, ਏਦਾਂ ਹੁੰਦਾ। ਪਰ ਹੁਣ ਇਹ ਝੁਕੀ ਹੋਈ ਹੈ ਤਾਂ ਇਹਦਾ ਐਕਸਿਸ ਵੀ ਕੀ ਹੈ? ਝੁਕ ਜਾਂਦਾ। ਤਾਂ ਇਹ ਆਪਣੇ ਐਕਸਿਸ ਜਿਹੜਾ ਇੱਥੇ ਸੀਗਾ ਉਹ ਹੁਣ ਸ਼ਿਫਟ ਹੋ ਕੇ ਇੱਥੇ ਹੋ ਗਿਆ। ਤਾਂ ਆ ਜਿਹੜਾ ਅੰਤਰ ਆਇਆ ਇਹ ਕਿੰਨਾ ਹੈ? 23.5 ਡਿਗਰੀ। ਕਿੰਨਾ ਅੰਤਰ ਹੈ? 23.5 ਡਿਗਰੀ ਦਾ। ਕਲੀਅਰ ਹੈ? ਆ ਧਰਤੀ ਦਾ ਕੀ ਹੈ? ਧੁਰਾ। ਇਹ ਕੀ ਸੀਗਾ? ਧਰਤੀ ਦਾ ਧੁਰਾ ਹੈ। ਕਦੋਂ ਧੁਰਾ ਹੈ ਇਹ ਧਰਤੀ ਦਾ? ਜਦੋਂ ਧਰਤੀ ਸਿੱਧੀ ਹੈ। ਜਦੋਂ ਧਰਤੀ ਕੀ ਹੈ? ਸਿੱਧੀ ਹੈ। ਹੁਣ ਸਾਨੂੰ ਪਤਾ ਹੈ ਵੀ ਆ ਜਿਹੜੀ ਸਾਡੀ ਧਰਤੀ ਹੈ ਇਹ ਕੀ ਹੈ? ਸਿੱਧੀ ਨਾ ਹੋ ਕੇ ਇਹ ਕੀ ਹੈ? ਥੋੜੀ ਜਿਹੀ ਝੁਕੀ ਹੋਈ ਹੈ। ਤਾਂ ਜਦੋਂ ਝੁਕ ਗਈ ਤਾਂ ਆ ਜਿਹੜਾ ਧੁਰਾ ਸੀਗਾ, ਆ ਜਿਹੜਾ ਧੁਰਾ ਸੀ ਇਹ ਕੀ ਹੈ? ਇੱਧਰ ਨੂੰ ਸ਼ਿਫਟ ਹੋ ਗਿਆ, ਇੱਧਰ ਨੂੰ ਝੁਕ ਗਿਆ। ਕਲੀਅਰ ਹੈ? ਆ ਧੁਰਾ ਇੱਥੇ ਨਾ ਹੋ ਕੇ ਇੱਧਰ ਨੂੰ ਝੁਕ ਗਿਆ। ਤਾਂ ਇਹ ਜਿਹੜਾ ਝੁਕਿਆ, ਠੀਕ ਹੈ, ਤਾਂ ਆ ਜਿਹੜਾ ਧੁਰਾ ਸੀਗਾ
ਸਾਡਾ ਇਹ ਕੀ ਹੈ, ਇੱਥੇ ਨਾ ਹੋ ਕੇ ਇੱਥੇ ਆ ਗਿਆ, ਝੁਕ ਗਿਆ। ਤਾਂ ਝੁਕਣ ਦੇ ਨਾਲ ਆ ਜਿਹੜਾ ਦੋਨਾਂ ਦੇ, ਓਹੋ ਕਿੱਥੇ ਭੱਜ ਲਿਆ, ਖੜ ਜਾ। ਠੀਕ ਹੈ, ਤਾਂ ਆ ਜਿਹੜਾ ਧੁਰਾ ਸੀਗਾ ਸਾਡਾ, ਇਹ ਇੱਥੋਂ ਇੱਥੇ ਸ਼ਿਫਟ ਹੋ ਗਿਆ। ਕਿਉਂ? ਕਿਉਂਕਿ ਧਰਤੀ ਝੁਕੀ ਹੋਈ ਹੈ। ਤਾਂ ਆ ਝੁਕੀ ਹੋਣ ਦੇ ਕਾਰਨ ਤਾਂ ਉਹਨਾਂ ਦੇ ਵਿਚਕਾਰ ਦਾ ਜਿਹੜਾ ਅੰਤਰ ਹੈ ਉਹ ਕਿੰਨਾ ਹੋ ਗਿਆ ਸਾਡੇ ਕੋਲ, 23.5 ਡਿਗਰੀ। ਠੀਕ ਹੈ, 23.5 ਡਿਗਰੀ ਦਾ ਇਹ ਸਾਡੇ ਕੋਲ ਅੰਤਰ ਹੈ। ਤਾਂ ਅਸੀਂ ਇੱਥੋਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਧਰਤੀ ਹੈ ਉਹ ਆਪਣੇ ਧੁਰੇ ਤੋਂ, ਠੀਕ ਹੈ, ਆ ਇਹਦਾ ਧੁਰਾ ਹੈ, ਆਪਣੇ ਧੁਰੇ ਤੋਂ ਕਿੰਨੀ ਝੁਕੀ ਹੋਈ ਹੈ, 23.5 ਡਿਗਰੀ। ਠੀਕ ਹੈ ਜੀ, ਆਪਣੇ ਧੁਰੇ ਤੋਂ ਕਿੰਨੀ ਝੁਕੀ ਹੋਈ ਹੈ ਧਰਤੀ, 23.5 ਡਿਗਰੀ। ਤਾਂ ਧੁਰੇ ਤੋਂ ਝੁਕਾਵ, ਹੈ ਜਿਹੜਾ ਧਰਤੀ ਦਾ ਉਹ ਕਿੰਨਾ ਹੈ, 23.5 ਡਿਗਰੀ ਦਾ। ਠੀਕ ਹੈ ਜੀ, 23.5 ਚਾਹੇ ਏਦਾਂ ਲਿਖੋ, ਚਾਹੇ ਤੁਸੀਂ 23.5 ਨੂੰ ਏਦਾਂ ਲਿਖ ਲਓ। ਠੀਕ ਹੈ, ਇਹ ਵੀ 23.5 ਹੈ, 1/2 ਕਿੰਨਾ ਹੋ ਗਿਆ, 0.5 ਹੀ ਹੋ ਗਿਆ। ਕਲੀਅਰ ਹੈ। ਤਾਂ ਧਰਤੀ ਆਪਣੇ ਧੁਰੇ ਤੋਂ ਕਿੰਨੀ ਝੁਕੀ ਹੋਈ ਹੈ, 23.5 ਡਿਗਰੀ ਤੇ। ਠੀਕ ਹੈ ਜੀ, ਹੁਣ ਜਿਹੜਾ ਐਂਗਲ ਹੁੰਦਾ ਹੈ ਉਹ ਇੱਕ ਪਾਸੇ ਦਾ ਬਣਦਾ ਨਹੀਂ, ਜਦੋਂ ਇੱਕ ਪਾਸੇ ਬਣਦਾ ਤਾਂ ਦੂਸਰੇ ਪਾਸੇ ਵੀ ਉਹ ਹੁੰਦਾ ਹੈ ਪੂਰਾ ਕੰਪਲੀਟ। ਠੀਕ ਹੈ, ਆ ਕੀ ਹੈ, ਪੂਰਾ, ਆ ਸਾਡਾ ਪੂਰਾ ਕਿੰਨਾ ਹੈ, 90 ਡਿਗਰੀ। ਠੀਕ ਹੈ, ਕਿੰਨਾ ਹੈ ਪੂਰਾ, 90 ਡਿਗਰੀ। ਠੀਕ ਹੈ ਜੀ, ਠੀਕ ਹੈ, ਚਲੋ। ਤਾਂ ਆ ਪੂਰਾ ਕਿੰਨਾ ਹੈ ਸਾਡਾ, 90 ਡਿਗਰੀ। ਹੁਣ ਆਪਣੇ ਧੁਰੇ ਤੋਂ ਕਿੰਨੀ ਝੁਕੀ ਹੋਈ ਹੈ, 23.5 ਡਿਗਰੀ। ਤੇ ਆ ਕਿੰਨਾ ਜਿਹੜਾ ਬਚ ਗਿਆ, ਇਹ ਕਿੰਨਾ ਹੋ ਗਿਆ, 66 ਡਿਗਰੀ। ਠੀਕ ਹੈ, ਤਾਂ ਆਪਣੇ ਇਹ ਗ੍ਰਹਿ ਪੱਥ ਤੋਂ ਕਿੰਨੀ ਝੁਕ ਗਈ, 66 ਡਿਗਰੀ। ਟੋਟਲ 90 ਹੈ, ਦੇਖੋ 66 ਤੇ 23.5 ਮਿਲ ਕੇ ਕਿੰਨੇ ਬਣ ਗਏ, 90। ਠੀਕ ਹੈ ਜੀ, ਤਾਂ ਆਪਣੇ ਗ੍ਰਹਿ ਪੱਥ ਤੋਂ, ਜਿਹੜਾ ਇਹਦਾ ਝੁਕਾਵ ਹੈ ਉਹ ਕਿੰਨਾ ਹੈ, ਗ੍ਰਹਿ ਪੱਥ ਤੋਂ ਕਿੰਨੀ ਝੁਕੀ ਹੋਈ ਹੈ, 66 ਡਿਗਰੀ, ਜਾਂ ਫਿਰ 66 ਸਹੀ 1/2 ਡਿਗਰੀ ਵੀ ਕਹਿ ਸਕਦੇ ਹੋ। 1/2 ਕਿੰਨਾ ਹੈ, 0.5 ਹੀ ਹੁੰਦਾ ਹੈ। ਕਲੀਅਰ ਹੈ। ਤਾਂ ਦੋਹੇ ਐਂਗਲ ਤੁਸੀਂ ਯਾਦ ਰੱਖਣੇ ਆ ਬੱਚਿਓ, ਇਹਨੂੰ ਗੜਬੜ ਨਹੀਂ ਕਰਨਾ ਹੈ, ਬਹੁਤ ਇੰਪੋਰਟੈਂਟ ਹੈ। ਆਪਣੇ ਧੁਰਾ ਆ ਜਿਹੜਾ ਸਿੱਧਾ ਸੀ, ਅਗਰ ਧਰਤੀ ਸਿੱਧੀ ਹੁੰਦੀ ਫਿਰ ਤਾਂ ਬਸ ਸਿੰਪਲ ਆਹੀ ਧੁਰਾ ਹੋ ਗਿਆ, ਪਰ ਧਰਤੀ ਥੋੜੀ ਜਿਹੀ ਝੁਕੀ ਹੋਈ ਹੈ ਤਾਂ ਧੁਰੇ ਤੋਂ ਐਂਗਲ ਕਿੰਨਾ ਬਣਾ ਰਹੀ ਹੈ, ਕਿੰਨਾ ਝੁਕੀ ਹੋਈ ਹੈ, 23.5 ਡਿਗਰੀ। ਪਰ ਜੇ ਅਸੀਂ ਇੱਥੋਂ ਦੇਖੀਏ ਤੇ ਗ੍ਰਹਿ ਪੱਥ ਤੋਂ ਦੇਖੀਏ ਤਾਂ ਧਰਤੀ ਕਿੰਨੀ ਹੈ, 66 ਡਿਗਰੀ ਦਾ ਐਂਗਲ ਬਣਾ ਰਹੀ ਹੈ। ਠੀਕ ਹੈ ਜੀ, ਤਾਂ ਯਾਦ ਰੱਖਣਾ, ਗ੍ਰਹਿ ਪੱਥ ਤੋਂ ਕਿੰਨਾ ਐਂਗਲ ਬਣਾਉਂਦੀ ਹੈ, 66 ਡਿਗਰੀ, ਤੇ ਧੁਰੇ ਤੋਂ ਕਿੰਨਾ ਬਣਾ ਰਹੀ ਹੈ, 23.5 ਡਿਗਰੀ। ਠੀਕ ਹੈ, ਤਾਂ ਹੀ ਕੀ ਬਣ ਗਿਆ ਹੈ, 90 ਡਿਗਰੀ। 6 और 3 9, 6 और 2 8 ਤੇ 1 ਅੱਧਾ। ਠੀਕ ਹੈ, 90 ਹੋ ਗਿਆ। ਕਲੀਅਰ ਹੈ। ਤਾਂ ਟੋਟਲ ਕਿੰਨਾ ਹੋ ਗਿਆ, 90। ਆ ਸਾਡਾ 23.5 ਡਿਗਰੀ, ਆ 66 ਡਿਗਰੀ, ਟੋਟਲ ਹੋ ਗਿਆ 90 ਡਿਗਰੀ। ਕਲੀਅਰ ਹੈ, ਕੋਈ ਡਾਊਟ? ਠੀਕ ਹੈ, ਤਾਂ ਬੱਚਿਆਂ ਨੂੰ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਧਰਤੀ ਆਪਣੇ ਧੁਰੇ ਤੋਂ ਕਿੰਨਾ ਝੁਕੀ ਹੋਈ ਹੈ, 23.5 ਡਿਗਰੀ ਤੇ ਆਪਣੇ ਗ੍ਰਹਿ ਪੱਥ ਤੋਂ ਕਿੰਨਾ ਹੈ, 66 ਡਿਗਰੀ ਦਾ ਐਂਗਲ ਬਣਾ ਰਹੀ ਹੈ। ਠੀਕ ਹੈ ਜੀ, ਆਪਣੇ ਗ੍ਰਹਿ ਪੱਥ ਤੋਂ। ਕਲੀਅਰ। ਤਾਂ ਦੋਨੇ ਐਂਗਲਾਂ ਦਾ ਫਰਕ ਸਮਝਣਾ ਹੈ। 66 ਡਿਗਰੀ ਆਪਣੇ ਧੁਰੇ ਤੋਂ ਨਾ ਲਿਖ ਦੇਣਾ, ਆਪਣੇ ਧੁਰੇ ਤੋਂ 23.5 ਡਿਗਰੀ। ਠੀਕ ਹੈ ਜੀ, ਕਲੀਅਰ ਹੈ। ਚਲੋ, ਹੁਣ ਕੁਝ ਬੱਚੇ ਇਹਨੂੰ ਏਦਾਂ ਵੀ ਬਣਾ ਦਿੰਦੇ ਨੇ, ਇਹ ਵੀ ਧਿਆਨ ਰੱਖਣਾ ਹੈ। ਮੰਨ ਲਓ ਇਹ ਸਾਡੀ ਕੀ ਹੈ, ਧਰਤੀ ਹੈ। ਠੀਕ ਹੈ, ਧਰਤੀ ਦਾ ਆ ਸਾਡਾ ਕੀ ਸੀ, ਜਦੋਂ ਸਿੱਧੀ ਹੈ ਤਾਂ ਇਹ ਧਰਤੀ ਕੀ ਹੈ, ਧੁਰਾ ਹੈ। ਆ ਸਾਡਾ ਕੀ ਹੈ, ਧੁਰਾ। ਹੁਣ ਕੁਝ ਬੱਚੇ ਇੱਧਰ ਨਾ ਕਰਕੇ ਐਂਗਲ ਨੂੰ ਇੱਧਰ ਵੀ ਕਰ ਸਕਦੇ ਨੇ, ਤਾਂ ਉਹਨੂੰ ਗਲਤ ਨਹੀਂ ਸਮਝਣਾ। ਦੇਖੋ, ਚਾਹੇ ਇਹਨੂੰ ਇੱਧਰ ਨੂੰ ਕਰ ਲਓ, ਇੱਧਰ ਝੁਕੀ ਹੋਈ ਹੈ, ਜੇ ਮੈਂ ਗਲੋਬ ਦਾ ਮੂੰਹ ਏਦਾਂ ਕਰਦਾ ਤਾਂ ਹੁਣ ਇਹ ਕਿੱਧਰ ਨੂੰ ਹੋ ਗਈ, ਉਧਰ ਨੂੰ ਝੁਕੀ ਹੋਈ। ਠੀਕ ਹੈ, ਪਰ ਕੀ ਐਂਗਲ ਦੇ ਵਿੱਚ ਕੋਈ ਫਰਕ ਆਏਗਾ, ਨਹੀਂ ਆਉਂਦਾ। ਝੁਕੀ ਤਾਂ ਉਨੀ ਓ ਝੁਕੀ ਰਹਿਣਾ ਇਹਨੇ। ਠੀਕ ਹੈ, ਚਾਹੇ ਇੱਧਰ ਨੂੰ ਚਾਹੇ ਇੱਧਰ ਨੂੰ। ਹੁਣ ਆ ਧੁਰਾ ਹੈ, ਠੀਕ ਹੈ, ਧੁਰਾ ਪਹਿਲਾਂ ਇੱਧਰ ਸੀ, ਹੁਣ ਕਿੰਨਾ ਕੋਣ ਬਣਾ ਰਿਹਾ ਹੈ, 90 ਡਿਗਰੀ ਦਾ। ਹੁਣ ਧੁਰੇ ਨੂੰ ਮੈਂ ਜੇ ਥੋੜਾ ਜਿਹਾ ਸ਼ਿਫਟ ਕਰਦਾ ਤਾਂ ਆ ਕਿੰਨਾ ਹੋ ਜਾਊਗਾ, 23.5 ਡਿਗਰੀ, ਤੇ ਆ ਜਿਹੜਾ ਬਾਕੀ ਬਚ ਗਿਆ ਇਹ ਕਿੰਨਾ ਹੋ ਜਾਊਗਾ, 66 ਡਿਗਰੀ। ਠੀਕ ਹੈ ਜੀ,
ਤਾਂ ਜੇ ਇਸ ਸਾਈਡ ਐਂਗਲ ਬਣਾਓਗੇ ਤਾਂ ਇਸ ਤਰੀਕੇ ਨਾਲ ਧੁਰੇ ਤੋਂ 23.5 ਡਿਗਰੀ ਤੇ ਝੁਕੀ ਹੋਈ ਹੈ। ਠੀਕ ਹੈ, ਤੇ ਆਪਣੇ ਗ੍ਰਹਿ ਪਥ ਤੋਂ 66 ਡਿਗਰੀ ਝੁਕੀ ਹੋਈ ਹੈ। ਕਲੀਅਰ ਹੈ, ਅਸੀਸੀ ਨਹੀਂ ਲਾਣਾ ਹੈਗਾ। ਠੀਕ ਹੈ, ਕਲੀਅਰ ਹੈ। ਚਲੋ, ਤਾਂ ਹੁਣ ਇਹ ਝੁਕਾਵ ਸਮਝ ਆ ਗਿਆ। ਠੀਕ ਹੈ, ਅੱਗੇ ਹੁਣ ਆਪਾਂ ਦੇਖਦੇ ਹਾਂ ਧਰਤੀ ਦਾ ਆਪਣੇ ਧੁਰੇ ਦੁਆਲੇ ਘੁੰਮਣ ਦੀ ਦਿਸ਼ਾ। ਠੀਕ ਹੈ ਜੀ, ਹੁਣ ਧਰਤੀ ਹੈ ਜਿਹੜੀ ਆਪਣੇ ਧੁਰੇ ਦੁਆਲੇ ਕਿਵੇਂ ਘੁੰਮਦੀ ਹੈ। ਹੁਣ ਧਰਤੀ ਹੈ, ਦੇਖੋ ਆ ਇਹਦਾ ਧੁਰਾ ਹੈ, ਤਾਂ ਇਹਦੀ ਕੋਈ ਘੁੰਮਣ ਦੀ ਦਿਸ਼ਾ ਵੀ ਤਾਂ ਹੋਊਗੀ ਨਾ। ਧਰਤੀ ਆਪਣੇ ਧੁਰੇ ਤੋਂ ਕਿੱਧਰ ਨੂੰ ਘੁੰਮ ਰਹੀ ਹੈ, ਐਦਾਂ ਘੁੰਮ ਰਹੀ ਹੈ ਕਿ ਐਦਾਂ ਘੁੰਮ ਰਹੀ ਹੈ। ਠੀਕ ਹੈ, ਤਾਂ ਇਹ ਵੀ ਬਹੁਤ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਸਵਾਲ ਆਇਆ ਹੋਇਆ ਵੀ ਧਰਤੀ ਹੈ ਜਿਹੜੀ ਉਹ ਆਪਣੇ ਧੁਰੇ ਦੁਆਲੇ ਕਿਸ ਤਰ੍ਹਾਂ ਘੁੰਮ ਰਹੀ ਹੈ। ਇਸ ਤਰ੍ਹਾਂ ਘੁੰਮ ਰਹੀ ਹੈ ਜਾਂ ਇਸ ਤਰ੍ਹਾਂ ਘੁੰਮ ਰਹੀ ਹੈ। ਇੱਧਰ ਸਾਡੀ ਕਿਹੜੀ ਡਾਇਰੈਕਸ਼ਨ ਹੈ, ਪश्चिम, ਇੱਧਰ ਪੂਰਬ। ਤਾਂ ਪश्चिम ਤੋਂ ਪੂਰਬ ਵੱਲ ਘੁੰਮ ਰਹੀ ਹੈ ਜਾਂ ਪੂਰਬ ਤੋਂ ਪੱਛਮ ਵੱਲ ਘੁੰਮ ਰਹੀ ਹੈ। ਠੀਕ ਹੈ ਜੀ, ਵੈਸਟ ਟੂ ਈਸਟ ਜਾਂ ਈਸਟ ਟੂ ਵੈਸਟ ਘੁੰਮ ਰਹੀ ਹੈ। ਤਾਂ ਧਰਤੀ ਦੀ ਆਪਣੇ ਧੁਰੇ ਦੁਆਲੇ ਘੁੰਮਣ ਦੀ ਜਿਹੜੀ ਦਿਸ਼ਾ ਹੈ ਉਹ ਕੀ ਹੈ, ਪੱਛਮ ਤੋਂ ਪੂਰਬ ਵੱਲ ਹੈ। ਕਿੱਥੇ ਹੈ, ਪੱਛਮ ਤੋਂ ਪੂਰਬ ਵੱਲ। ਤਾਂ ਧਰਤੀ ਐਦਾਂ ਨਹੀਂ ਘੁੰਮ ਰਹੀ, ਧਰਤੀ ਇਸ ਤਰੀਕੇ ਨਾਲ ਘੁੰਮਦੀ ਹੈ। ਆਪਣੇ ਧੁਰੇ ਤੇ ਕਿਸ ਦਿਸ਼ਾ ਵੱਲ ਘੁੰਮਦੀ ਹੈ, ਪੱਛਮ ਤੋਂ ਪੂਰਬ ਵੱਲ। ਪੱਛਮ ਨੂੰ ਹੀ ਪੱਛਮ ਕਹਿੰਦੇ ਨੇ ਪੰਜਾਬੀ ਦੇ ਵਿੱਚ। ਤਾਂ ਆ ਮੈਂ ਫੋਟੋ ਲਾਤੀ ਹੈ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਇਹ ਫੋਟੋ ਫਿੱਟ ਹੋ ਜਾਵੇ ਤੇ ਤੁਹਾਨੂੰ ਡਾਇਰੈਕਸ਼ਨ ਪਤਾ ਚੱਲ ਜਾਵੇ। ਡਾਇਰੈਕਸ਼ਨ ਕੀ ਹੈ, ਆ ਸੀਗੀ। ਠੀਕ ਹੈ, ਤਾਂ ਇਸ ਤਰੀਕੇ ਨਾਲ ਡਾਇਰੈਕਸ਼ਨ ਕੀ ਹੈ ਯਾਦ ਰੱਖਣੀ ਹੈ ਇਸ ਫੋਟੋ ਨੂੰ। ਆ ਇਹਦਾ ਧੁਰਾ ਹੈ, ਕਿੰਨੀ ਝੁਕੀ ਹੋਈ ਹੈ ਧੁਰੇ ਤੋਂ, 23.5 ਡਿਗਰੀ ਝੁਕੀ ਹੋਈ ਹੈ। ਤਾਂ ਘੁੰਮਣ ਦੀ ਦਿਸ਼ਾ ਕੀ ਹੈ, ਇੱਧਰ ਕੀ ਹੈ ਸਾਡੇ ਕੋਲ, ਪੱਛਮ, ਔਰ ਇੱਧਰ ਕੀ ਹੈ ਸਾਡੇ ਕੋਲ, ਪੂਰਬ। ਠੀਕ ਹੈ ਜੀ, ਤਾਂ ਧਰਤੀ ਪੱਛਮ ਤੋਂ ਪੂਰਬ ਵੱਲ ਨੂੰ ਝੁਕੀ ਹੋਈ ਹੈ। ਠੀਕ ਹੈ ਜੀ, ਤਾਂ ਧਰਤੀ ਕਿੱਥੇ ਝੁਕੀ ਹੋਈ ਹੈ, ਪੱਛਮ ਤੋਂ ਪੂਰਬ ਵੱਲ ਨੂੰ। ਠੀਕ ਹੈ ਜੀ, ਕਿੱਥੋਂ ਝੁਕ ਰਹੀ ਹੈ, ਪੱਛਮ ਤੋਂ ਪੂਰਬ ਵੱਲ। ਕਲੀਅਰ ਹੈ, ਤਾਂ ਝੁਕੀ ਹੋਈ ਘੁੰਮਣ ਦੀ ਦਿਸ਼ਾ, ਸੌਰੀ, ਤਾਂ ਧਰਤੀ ਦੀ ਜਿਹੜੀ ਘੁੰਮਣ ਦੀ ਦਿਸ਼ਾ ਉਹ ਕੀ ਹੈ, ਪੱਛਮ ਤੋਂ ਪੂਰਬ ਵੱਲ ਨੂੰ ਘੁੰਮਦੀ ਹੈ। ਠੀਕ ਹੈ, ਹਮੇਸ਼ਾ ਏਦਾਂ। ठीक है, की है क्लॉकवाइज कि एंटी क्लॉकवाइज, एंटी क्लॉकवाइज। ठीक है, क्लॉक कितना घूमता है, क्लॉक ऐदा घूमता है और धरती ऐदा घूम रही है। ठीक है, तो यह किवें घूमती है, एंटी क्लॉकवाइज। पेपर दे विच वेरी इंपॉर्टेंट है, सवाल आया होया भी धरती अपने धुरे दुआले किस दिशा विच घूमती है, किस दिशा विच घूमती है, पश्चिम तो पूरब वाल, पश्चिम तो पूरब वाल। और झुकी कितनी हुई है, 23.5 डिग्री, कित्थों, अपने धुरे तो। ठीक है, तो धुरे तो झुकाव याद रखना 23.5 डिग्री, दिशा घूमण दी पश्चिम तो पूरब वाल। हुण जदों धरती पश्चिम तो पूरब वाल नूं घुमदी है तो सूरज इहनूं कित्थों नज़र आएगा, इसे करके इहनूं सूरज है जिहड़ा ओह कित्थों नज़र आउंदा है, पूरब वाल। ठीक है जी, क्लीयर है, तो सूरज इहनूं इसे करके कित्थों दिखदा है, पूरब वाल निकलदा होया दिखाई दिंदा है। ठीक है जी, आ साडा की है, सूरज महाराज ने, नमस्कार करो इहनूं। जदों धरती घूमदी है, घूमदे होए पूरब वाले दी निशा कित्थे पै जांदी है, सूरज वाल। ते असीं सवेरे उठ के की करदे हां, नमस्कार। ठीक है, करदे हो कि नहीं, तो इसे करके सूरज सानूं कित्थों निकलदा होया दिखाई दिंदा है, पूरब तो। कित्थों दिखाई दिंदा है, पूरब तो। हुण समझ आ गया क्यों दिखाई दिंदा है, क्योंकि धरती की है पश्चिम तो पूरब वाल नूं घूम रही है। हुण जे तुसीं कोई इधरों चल रहे हो तो तुहानूं दूसरे दा फेस उधरों ही नज़र आऊगा ना। हुण जे थोड़े इधर पिछली साइड तो कोई निकल रहा होवे, तुहानूं तो दिखेगा थोड़ी ना, तुसीं तां आप खुद इधरों लंघ रहे हो तो थोड़े पिछों ही फिर कोई आ रहा, तुहानूं वो दिख चढ़दा होया दिखूगा नहीं, पिछला हिस्सा हो गया था। हुण तुहानूं चढ़दा होया मूँह किहदा दिखेगा, जिहड़ा इस दिशा तो आ रहा है। तो हुण सूरज सानूं चढ़दा होया कदों दिखूगा, जदों इस दिशा वालों आऊगा। तो ये दिशा किहड़ी है, पूरब। इसे करके सूरज सानूं चढ़दा होया किस दिशा वाल नज़र आंदा है, पूरब वाल, और छुपदा होया पश्चिम वाल। जिथे बैक होगी पश्चिम वाल, छुपदा होया जिथे फ्रंट हो गया वो की हो गया, पूरब वाल। क्लीयर है, देखो हुण जिद्दां आपां गली दे विच चले आ रहे हैं, गली दे विच की है, चले आ रहे हैं, थोड़ा फेस है इस तरीके नाल पश्चिम तो पूरब वाल। हुण तुहानूं चढ़दा होया कदों दिखूगा, दूसरे बंदे दा चेहरा चढ़दा होया कद दिखू, जे वो पश्चिम तो है इधरों आएगा नहीं, इधरों तो की होगी, थोड़ी पिठ होगी। ठीक है, थोड़ी बैक लगती है कन्नी,
पर जे हुण तुहानूं किसी दा चढ़दा होया मूँह, मूँह मतलब चढ़दा होया पासा, चढ़दा होया पासा कदों दिखूगा जदों तुहाडे सामने तो आ रहा होगा। तो सूरज भी तुहाडों सामने तो जदों इधरों आउंदा तो सानूं की दिखदा है, चढ़दा होया नज़र आउंदा है। तो इसे करके हुण इह किहड़ी डायरेक्शन है, पूरब। तो सानूं सूरज कित्थों चढ़दा होया नज़र आउंदा है, पूरब तो, ते छिपदा होया पश्चिम तो, पच्छम तो। ठीक है, क्लीयर है। तो यह क्लीयर हो गया डाउट कि सूरज सानूं जिहड़ा है वो चढ़दा होया पूरब तो क्यों दिखाई दिंदा है ते छुपदा होया पश्चिम वल क्यों दिखाई दिंदा है। क्लीयर, क्योंकि धरती की जिहड़ी घूमण की दिशा है वो की है, पश्चिम तो पूरब वल है। क्लीयर है जी। चलो, तो धरती धुरे दुआले घूमण की दिशा पश्चिम तो पूरब वल। अगे है साडा दिन ते रात। हुण देखो धरती अपने धुरे दुआले की है, घूम रही है। अपन पता चल गया ना, धरती अपने धीरे वाले की है, दैनिक गति कर रही है। हुण दैनिक गति करते हुए, करते समय कदे तो इहदा एक हिस्सा सूरज दे सामने आ जाता है, कदे एक हिस्सा सूरज दे पिछे ढक जाता है। देखो किस तरीके नाल, आ साडी की है, धरती है, ये साडी की है, धरती है। ठीक है, आ मेरा हाथ समझ लो सूरज है। ठीक है, आ मेरा हाथ बोर्ड समझ लो, आ बोर्ड की है, सूरज है, बोर्ड सूरज है। हुण सूरज की चमक आ धरती है, सूरज की चमक जिस एक ही हिस्से दे पाएगी धरती दे, या तो अगले हिस्से दे पै सकदी है या इधर तो पाएगी नहीं। धरती दे हमेशा की है, सामने वाले फेस ते पाएगी। जिद्दां लाइट है, जब तुसीं किसी वाल मारोगे तो फ्रंट साइड ते ही पाएगी ना, बैक वाले हिस्से ते नहीं दिखाई देगा। सेम सूरज का की है, फ्रंट, जिथे सूरज के सामने पेगा, सूरज दी किरणा जिस हिस्से वाल पैणगियां उत्थे हमेशा की होएगा, लो जी मॉडल तज गया साडा। ठीक है, उत्थे की होएगा हमेशा दिन। हुण धरती आपां नूं पता है भी की है, घूम रही है, धरती की है, घूम रही है। फिलहाल सूरज इत्थे पै रहा है, तो इस हिस्से ते की होएगी चमक, और दूसरे हिस्से ते हनेरा। चमक का मतलब इत्थे की होएगा दिन, ते इधरले हिस्से च रात। हुण जिद्दां ही धरती आपां नूं पता है धुरे दे वाले चक्कर लगा रही है, घूमदे 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 आ हिस्सा इत्थे आ गया। हुण इधर की हो गया, नेरा यानी कि रात। हुण सूरज की रोशनी किधर पै रही है, इस हिस्से ते, तो इत्थे की हो गया दिन। तो धरती दे धुरे दुआले घूमण दे कारण की बन रहा है, दिन अते रात। क्लीयर है, तो कितना बड़ा समस्या हल होगी साडी। ठीक है, तो समझ आ गई। तो धरती जे अपने धुरे दुआले ना घूमदी तो सानू की लगदा, धरती जे हुण ना घूमदी इसे तरह रहिंदी, स्थिर रहिंदी इक्को जगह, तो बस धरती दे एक हिस्से ते हमेशा की रहना सी, दिन, और दूसरे हिस्से ते की रहना सी हमेशा रात। क्योंकि सूरज दी किरणां हमेशा इधर ही पैंदियां, तो इत्थे हमेशा की रहिंदा दिन, और इधरले पासे ते हमेशा की रहिंदा रात। पर धरती दे धुरे दुआले घूमण दे कारण की हुंदा है, कुछ हिस्से विच दिन ते कुछ हिस्से विच रात हो जाती है। ठीक है जी, कुछ हिस्से विच दिन ते कुछ हिस्से दे विच रात। तो दिन अते रात बनन दा कारण की है, धरती दा अपने धुरे दुआले घूमना। ठीक है, तो पेपर दे विच सवाल आउंदा है कि दिन ते रात क्यों बनते हैं, धरती दे अपने धुरे दुआले घूमण दे कारण दिन अते रात बनते हैं। क्लीयर है। देखो धरती हुण अपने की है, एक्सिस से घूमती रहती है, घूमती रहती है, घूमती रहती है। ठीक है, तो जदों सूरज दे जिहड़ा हिस्सा सूरज के सामने पै जाता है, ये सूरज दी की ने किरणां इहदे ते पै रही ने, आ सूरज है, सूरज दी किरणां इहदे ते की ने पै रही ने। जदों सूरज दी किरणां जिस हिस्से ते पै रही ने, वो सानू की दिखदा है, चमकदा होया दिखाई दिंदा है, जिन्हों असीं की कह दिंदे आ, दिन। की कह दिंदे आ, दिन। ठीक है जी, तो उस हिस्से दे विच की हो जाता है दिन, ते बाकी हिस्से दे विच रात। हुण धरती फिर इदां घूमूगी तो यह हिस्सा अगे आ जाएगा, इत्थे की हो जाएगा दिन, ते इत्थे की हो जाएगा रात। क्लीयर है। हाँ, इस तरीके नाल धरती दे अपने धुरे दुआले घूमण दे कारण की बनते ने, दिन अते रात। क्लीयर है। तो दिन ते रात पता लग गए। जे कोई पूछे भी दिन ते रात क्यों बनते ने, तो दस सकते हो धरती दे अपने धुरे दुआले घूमण दे कारण, या फिर दैनिक गति दे कारण। ठीक है जी, चलो हुण अगे देखते हैं आपां
ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਹਮੇਸ਼ਾ ਆ ਸਾਡੀ ਕੀ ਹੈ ਧਰਤੀ ਹੈ ਠੀਕ ਹੈ ਆ ਸਾਡੀ ਕੀ ਹੈ ਆ ਨਿਚਲਾ ਹਿੱਸਾ ਗੋਲਾ ਕੀ ਹੈ ਸਾਡਾ ਧਰਤੀ ਕੀ ਹੈ ਇਹ ਧਰਤੀ ਠੀਕ ਹੈ ਹੁਣ ਇਹ ਸਾਡੀ ਕੀ ਹੈ ਧਰਤੀ ਹੈ ਆ ਸਾਡੀ ਕੀ ਹੈ ਧਰਤੀ ਹੁਣ ਧਰਤੀ ਤੇ ਸੂਰਜ ਜਿਹੜਾ ਹੈ ਉਹ ਦਿਨ ਦੇ ਸਮੇਂ ਕਿਤੇ ਹੋਰ ਹੁੰਦਾ ਹੈ ਕਿਉਂਕਿ ਧਰਤੀ ਕੀ ਹੈ ਘੁੰਮ ਰਹੀ ਹੈ ਠੀਕ ਹੈ ਸ਼ਾਮ ਨੂੰ ਕਿਤੇ ਹੋਰ ਹੁੰਦਾ ਸਵੇਰੇ ਕਿਤੇ ਹੋਰ ਹੁੰਦਾ ਸ਼ਾਮ ਰਾਤ ਨੂੰ ਕਿਤੇ ਹੋਰ ਹੁੰਦਾ ਠੀਕ ਹੈ ਤਾਂ ਸੇਮ ਤਾਂ ਹੁਣ ਦੋ ਗੱਲਾਂ ਯਾਦ ਰੱਖਣੀਆਂ ਨੇ ਜਦੋਂ ਤਾਂ ਸੂਰਜ ਚੜ ਰਿਹਾ ਹੁੰਦਾ ਜਾਂ ਸੂਰਜ ਛਿਪ ਰਿਹਾ ਹੁੰਦਾ ਤਾਂ ਸੂਰਜ ਦੀਆਂ ਕਿਰਨਾਂ ਨੇ ਜਿਹੜੀ ਉਹ ਧਰਤੀ ਦੇ ਉੱਪਰ ਕੀ ਪੈਂਦੀਆਂ ਨੇ ਤਿਰਛੀਆਂ ਪੈਂਦੀਆਂ ਨੇ ਕਿਹੋ ਜਿਹੀਆਂ ਪੈਂਦੀਆਂ ਨੇ ਤਿਰਛੀਆਂ ਕਦੋਂ ਮਾਰਨਿੰਗ ਸਵੇਰ ਦੇ ਸਮੇਂ ਤੇ ਸ਼ਾਮ ਦੇ ਸਮੇਂ ਸਵੇਰ ਦੇ ਸਮੇਂ ਤੇ ਸ਼ਾਮ ਦੇ ਸਮੇਂ ਸੂਰਜ ਦੀਆਂ ਕਿਰਨਾਂ ਕੀ ਪੈਂਦੀਆਂ ਨੇ ਤਿਰਛੀਆਂ ਠੀਕ ਹੈ ਕਿਉਂਕਿ ਧਰਤੀ ਦਾ ਕੁਝ ਹਿੱਸਾ ਹੁੰਦਾ ਤਾਂ ਸੂਰਜ ਦੀਆਂ ਕਿਰਨਾਂ ਸਵੇਰੇ ਤੇ ਸ਼ਾਮ ਵੇਲੇ ਕੀ ਪੈਂਦੀਆਂ ਨੇ ਤਿਰਛੀਆਂ ਤੇ ਦਿਨ ਦੇ ਸਮੇਂ ਜਾਂ ਕਹਿ ਸਕਦੇ ਹੋ ਦੁਪਹਿਰ ਦੇ ਸਮੇਂ ਸੂਰਜ ਦੀਆਂ ਕਿਰਨਾਂ ਕੀ ਪੈਣਗੀਆਂ ਬਿਲਕੁਲ ਸਿੱਧੀਆਂ ਕੀ ਪੈਂਦੀਆਂ ਨੇ ਸਿੱਧੀਆਂ ਸੂਰਜ ਦੀਆਂ ਕਿਰਨਾਂ ਕੀ ਪੈਂਦੀਆਂ ਨੇ ਸਿੱਧੀਆਂ ਠੀਕ ਹੈ ਜੀ ਹੁਣ ਇਹਨਾਂ ਦੇ ਕਾਰਨ ਹੁੰਦਾ ਕੀ ਹੈ ਇਹਨਾਂ ਦੇ ਕਾਰਨ ਹੁੰਦਾ ਕੀ ਹੈ ਤਿਰਛੀ ਤੇ ਸਿੱਧੀ ਪੈਣ ਨਾਲ ਕੀ ਫਰਕ ਪਏਗਾ ਦੇਖੋ ਹੁਣ ਜਦੋਂ ਕੋਈ ਤੁਹਾਡੇ ਫੇਸ ਤੇ ਇੱਕਦਮ ਬਿਲਕੁਲ ਸਿੱਧੀ ਅੱਖਾਂ ਦੇ ਵਿੱਚ ਟਾਰਚ ਮਾਰੇ ਤੇ ਇੱਕ ਥੋੜਾ ਜਿਹਾ ਟੇਢਾ ਕਰਕੇ ਮਾਰੇ ਦੋਨਾਂ ਦੇ ਵਿੱਚ ਕੀ ਫਰਕ ਹੋਏਗਾ ਚਮਕਦਾ ਹਨਾ ਤਾਂ ਜਦੋਂ ਤੁਹਾਡੀ ਅੱਖਾਂ ਦੇ ਵਿੱਚ ਸਿੱਧੀ ਮਾਰੇਗਾ ਤਾਂ ਕੀ ਹੋਏਗਾ ਚਮਕ ਜ਼ਿਆਦਾ ਹੀਟ ਜ਼ਿਆਦਾ ਲੱਗੇਗੀ ਤੇ ਜਦੋਂ ਤਿਰਛਾ ਕਰਕੇ ਮਾਰੇਗਾ ਚਮਕ ਘੱਟ ਪਏਗੀ ਤੇ ਹੀਟ ਘੱਟ ਲੱਗੇਗੀ ਠੀਕ ਹੈ ਸੇਮ ਇਸੇ ਤਰ੍ਹਾਂ ਜਦੋਂ ਸਵੇਰ ਵੇਲੇ ਤੇ ਸ਼ਾਮ ਵੇਲੇ ਸੂਰਜ ਚੜ੍ਹਦਾ ਤੇ ਛਿਪਦਾ ਹੈ ਤੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਕੀ ਪੈਂਦੀਆਂ ਨੇ ਤਿਰਛੀਆਂ ਪੈਂਦੀਆਂ ਨੇ ਤਿਰਛੀਆਂ ਹੋਣ ਦੇ ਕਾਰਨ ਜਿਹੜੀ ਇਹਦੀ ਗਰਮੀ ਹੈ ਉਹ ਸੂਰਜ ਤੇ ਕੀ ਹੁੰਦੀ ਹੈ ਘੱਟ ਹੁੰਦੀ ਹੈ ਤਾਂ ਤਿਰਛੀਆਂ ਪੈਣ ਕਰਕੇ ਧਰਤੀ ਤੇ ਜਿਹੜੀ ਗਰਮੀ ਹੈ ਸਵੇਰੇ ਤੇ ਸ਼ਾਮ ਵੇਲੇ ਘੱਟ ਹੁੰਦੀ ਹੈ ਜਦ ਕਿ ਦੁਪਹਿਰ ਵੇਲੇ ਸੂਰਜ ਦੀਆਂ ਕਿਰਨਾਂ ਹਮੇਸ਼ਾ ਕੀ ਨੇ ਸਿੱਧੀਆਂ ਪੈਂਦੀਆਂ ਨੇ ਤੇ ਇਸ ਕਰਕੇ ਸਾਨੂੰ ਦੁਪਹਿਰ ਵੇਲੇ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ ਕਲੀਅਰ ਹੈ ਤਾਂ ਹੁਣ ਪਤਾ ਚੱਲ ਗਿਆ ਕਿ ਦੁਪਹਿਰ ਵੇਲੇ ਜਿਹੜੀ ਗਰਮੀ ਹੈ ਉਹ ਕਿਉਂ ਜ਼ਿਆਦਾ ਲੱਗਦੀ ਆ ਆਪਾਂ ਕਹਿੰਦੇ ਆ ਨਾ ਥੋੜੇ ਜਿਹੇ ਦਿਨ ਬਾਅਦ ਜਦੋਂ 1-2 ਵੱਜ ਜਾਂਦਾ ਹਾਏ ਬਹੁਤ ਗਰਮੀ ਹੋ ਗਈ ਹੈ ਨਾ ਜਦ ਕਿ ਸਵੇਰੇ ਸਵੇਰੇ ਉੱਠਦੇ ਆ ਜਾਂ ਸ਼ਾਮ ਨੂੰ 5-6 ਵਜੇ 6 ਵਜੇ 7 ਵਜੇ ਹੁਣ ਤਾਂ ਅੱਜ ਕੱਲ੍ਹ ਲੇਟ ਹੋ ਗਿਆ 7 ਵਜੇ ਉਦੋਂ ਬੜਾ ਮੌਸਮ ਸਾਨੂੰ ਠੰਡਾ ਜਿਹਾ ਲੱਗਦਾ ਹੈ ਠੀਕ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਕੀ ਪੈਂਦੀਆਂ ਨੇ ਤਿਰਛੀਆਂ ਤੇ ਦੁਪਹਿਰ ਵੇਲੇ ਸੂਰਜ ਦੀਆਂ ਕਿਰਨਾਂ ਬਿਲਕੁਲ ਕੀ ਪੈ ਰਹੀਆਂ ਹੁੰਦੀਆਂ ਨੇ ਸਾਡੇ ਤੇ ਸਿੱਧੀਆਂ ਤਾਂ ਸਿੱਧੀਆਂ ਹੋਣ ਕਰਕੇ ਧਰਤੀ ਦੇ ਉੱਪਰ ਬਿਲਕੁਲ ਕੀ ਪੈਂਦੀਆਂ ਨੇ ਸਿੱਧੀਆਂ ਤਾਂ ਧਰਤੀ ਤੇ ਬਿਲਕੁਲ ਸਿੱਧੀਆਂ ਪੈਣ ਦੇ ਕਾਰਨ ਜਿਹੜੀ ਗਰਮਾਹਟ ਹੈ ਉਹ ਕੀ ਹੁੰਦੀ ਹੈ ਜ਼ਿਆਦਾ ਹੋ ਜਾਂਦੀ ਹੈ ਜਿਸ ਕਰਕੇ ਸਾਨੂੰ ਦਿਨ ਦੇ ਵੇਲੇ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ ਜਦਕਿ ਸਵੇਰੇ ਤੇ ਸ਼ਾਮ ਨੂੰ ਘੱਟ ਕਿਉਂਕਿ ਸੂਰਜ ਦੀਆਂ ਕਿਰਨਾਂ ਉਸ ਸਮੇਂ ਧਰਤੀ ਤੇ ਤਿਰਛੀਆਂ ਪੈਂਦੀਆਂ ਨੇ ਕਲੀਅਰ ਤਾਂ ਜੇ ਹੁਣ ਤੁਹਾਨੂੰ ਕੋਈ ਪੁੱਛੇ ਵੀ ਸਵੇਰੇ ਸ਼ਾਮ ਸਾਨੂੰ ਗਰਮੀ ਘੱਟ ਕਿਉਂ ਲੱਗਦੀ ਹੈ ਤਾਂ ਦੱਸ ਸਕਦੇ ਹੋ ਨਾ ਕਿਉਂਕਿ ਸੂਰਜ ਦੀਆਂ ਕਿਰਨਾਂ ਧਰਤੀ ਤੇ ਕੀ ਪੈਂਦੀਆਂ ਨੇ ਤਿਰਛੀਆਂ ਪੈਂਦੀਆਂ ਨੇ ਤੇ ਦੁਪਹਿਰ ਦੇ ਸਮੇਂ ਗਰਮੀ ਕਿਉਂ ਜ਼ਿਆਦਾ ਲੱਗਦੀ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਧਰਤੀ ਤੇ ਕੀ ਪੈਂਦੀਆਂ ਨੇ ਬਿਲਕੁਲ ਸਿੱਧੀਆਂ ਕਲੀਅਰ ਤਾਂ ਇਸੇ ਕਰਕੇ ਸਾਨੂੰ ਜਿਹੜੀ ਗਰਮੀ ਹੈ ਉਹ ਘੱਟ ਵੱਧ ਮਹਿਸੂਸ ਹੁੰਦੀ ਹੈ ਠੀਕ ਹੈ ਹੁਣ ਇੱਕ ਗੱਲ ਜਿਹੜੀ ਉਹ ਤੁਸੀਂ ਯਾਦ ਰੱਖਣੀ ਆ ਉਹ ਇਹ ਹੈ ਕਿ ਧਰਤੀ ਦੇ ਸਾਨੂੰ ਪਤਾ ਪੂਰਬ ਤੋਂ ਪੱਛਮ ਵੱਲ ਇੱਕ ਸੀ ਕਾਲਪਨਿਕ ਰੇਖਾ ਖਿੱਚੀ ਸੀ ਕਿਹੜੀ ਰੇਖਾ ਸੀ ਉਹ ਭੂਮੱਧ ਰੇਖਾ ਜਿਹੜੀ ਰੇਖਾ ਅਸੀਂ ਖਿੱਚੀ ਸੀ ਪੂਰਬ ਤੋਂ ਪੱਛਮ ਵੱਲ ਭੂਮੱਧ ਰੇਖਾ ਉੱਥੇ ਹਮੇਸ਼ਾ ਹੀ ਸੂਰਜ ਦੀਆਂ ਕਿਰਨਾਂ ਕੀ ਪੈਂਦੀਆਂ ਨੇ ਸਿੱਧੀਆਂ ਪੈਂਦੀਆਂ ਨੇ ਠੀਕ ਹੈ ਜੀ ਉਹਦੀ ਜਿਹੜੀ ਲੋਕੇਸ਼ਨ ਹੈ ਉੱਥੇ ਹਮੇਸ਼ਾ ਸੂਰਜ ਦੀਆਂ ਕਿਰਨਾਂ ਕੀ ਪੈਂਦੀਆਂ ਨੇ ਸਿੱਧੀਆਂ ਪੈਂਦੀਆਂ ਨੇ ਤਾਂ ਸਾਨੂੰ ਧਰਤੀ ਤੇ ਸਭ ਤੋਂ ਜ਼ਿਆਦਾ ਗਰਮੀ ਦੇਖਣ ਨੂੰ ਕਿੱਥੇ ਮਿਲੇਗੀ ਕਿਹੜੀ ਜਗ੍ਹਾ ਤੇ ਮਿਲੇਗੀ ਭੂਮੱਧ ਰੇਖਾ ਦੇ ਨੇੜੇ ਕਿੱਥੇ ਮਿਲੇਗੀ ਭੂਮੱਧ ਰੇਖਾ ਦੇ ਉੱਤੇ ਜਾਂ ਫਿਰ ਨੇੜੇ ਠੀਕ ਹੈ ਜਿਵੇਂ ਜਿਵੇਂ ਹੁਣ ਅਸੀਂ ਧਰਤੀ ਦੇ ਅਰਧ ਗੋਲੇ ਤੋਂ ਆ ਸਾਡੀ ਕੀ ਹੈ ਧਰਤੀ ਹੈ ਠੀਕ ਹੈ ਇਹ ਸਾਡੀ ਕੀ ਹੈ ਧਰਤੀ ਪੂਰਬ ਤੋਂ ਪੱਛਮ ਵੱਲ ਜਿਹੜੀ ਇੱਕ ਲਾਈਨ ਹੈ ਸਾਡੀ ਕਾਲਪਨਿਕ ਰੇਖਾ ਹੈ ਇਹ ਕਿਹੜੀ ਹੈ ਭੂਮੱਧ ਰੇਖਾ ਹੈ ਦੱਸਿਆ ਸੀ ਨਾ ਭੂਮੱਧ ਰੇਖਾ ਹੈ ਠੀਕ ਹੈ ਤਾਂ ਇੱਥੇ ਹਮੇਸ਼ਾ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਇਸ ਏਰੀਆ ਦੇ ਉੱਪਰ ਹੁਣ ਇੱਥੇ ਜਿਹੜਾ ਵੀ ਸ਼ਹਿਰ ਸਮੁੰਦਰ ਜੋ ਵੀ ਆਉਂਦਾ ਹੋਇਆ
ਉਸ ਦੇ ਉੱਪਰ ਕੀ ਹੈ ਸੂਰਜ ਦੀਆਂ ਕਿਰਨਾਂ ਬਿਲਕੁਲ ਕੀ ਪੈਣਗੀਆਂ ਸਿੱਧੀਆਂ। ਠੀਕ ਹੈ, ਸੂਰਜ ਦੀਆਂ ਕਿਰਨਾਂ ਕਿਹੋ ਜਿਹੀਆਂ ਪੈਣਗੀਆਂ ਸਿੱਧੀਆਂ ਪੈਣਗੀਆਂ। ਠੀਕ ਹੈ, ਸਮਝ ਗਏ। ਤਾਂ ਹੁਣ ਸਿੱਧੀਆਂ ਪੈਣ ਦਾ ਮਤਲਬ ਕੀ ਹੈ, ਸਿੱਧੀਆਂ ਪੈਣ ਦਾ ਮਤਲਬ ਹੈ ਕਿ ਭੂ-ਮੱਧ ਰੇਖਾ ਦੇ ਉੱਪਰ ਸਾਨੂੰ ਕੀ ਹੈ ਪੂਰੀ ਗਰਮੀ ਮਿਲੇਗੀ। ਤਾਂ ਸਭ ਤੋਂ ਗਰਮ ਇਲਾਕਾ ਕਿਹੜਾ ਹੋਏਗਾ ਭੂ-ਮੱਧ ਰੇਖਾ ਵਾਲਾ। ਕਲੀਅਰ ਹੈ। ਤਾਂ ਭੂ-ਮੱਧ ਰੇਖਾ ਵਾਲਾ ਇਲਾਕਾ ਕਿਹੋ ਜਿਹਾ ਹੋਏਗਾ ਸਭ ਤੋਂ ਜ਼ਿਆਦਾ ਗਰਮ। ਹੁਣ ਜਿਵੇਂ ਜਿਵੇਂ ਅਸੀਂ ਉੱਪਰ ਨੂੰ ਜਾਵਾਂਗੇ ਉੱਤਰੀ ਅਰਧਗੋਲਾ, ਇਹਨੂੰ ਬੋਲਦੇ ਨੇ ਉੱਤਰੀ ਅਰਧਗੋਲਾ, ਇਹਨੂੰ ਬੋਲਦੇ ਨੇ ਦੱਖਣੀ ਅਰਧਗੋਲਾ। ਤਾਂ ਜਿਵੇਂ ਜਿਵੇਂ ਅਸੀਂ ਉੱਪਰ ਨੂੰ ਜਾਵਾਂਗੇ ਉੱਤਰੀ ਅਰਧਗੋਲੇ ਵੱਲ ਜਾਂ ਦੱਖਣੀ ਅਰਧਗੋਲੇ ਵੱਲ, ਤਾਂ ਸੂਰਜ ਜਿਹੜਾ ਹੈ ਉਹਦੀਆਂ ਕਿਰਨਾਂ ਕੀ ਹੁੰਦੀਆਂ ਜਾਣਗੀਆਂ ਤਿਰਛੀਆਂ ਹੁੰਦੀਆਂ ਜਾਣਗੀਆਂ ਤੇ ਗਰਮੀ ਘੱਟ ਹੁੰਦੀ ਜਾਏਗੀ। ਠੀਕ ਹੈ, ਗਰਮੀ ਕੀ ਹੋ ਜਾਏਗੀ ਘੱਟ ਹੁੰਦੀ ਜਾਏਗੀ। ਜਿਸ ਤਰ੍ਹਾਂ ਅਸੀਂ ਜਿਵੇਂ ਜਿਵੇਂ ਉੱਤਰੀ ਅਰਧਗੋਲੇ ਵੱਲ ਵੱਧਦੇ ਜਾਵਾਂਗੇ ਜਾਂ ਦੱਖਣੀ ਅਰਧਗੋਲੇ ਵੱਲ ਵੱਧਦੇ ਜਾਵਾਂਗੇ ਤਾਂ ਗਰਮੀ ਕੀ ਹੁੰਦੀ ਜਾਏਗੀ ਘਟਦੀ ਜਾਏਗੀ। ਗਰਮੀ ਕੀ ਹੋਏਗੀ ਹਮੇਸ਼ਾ ਘਟਦੀ ਜਾਏਗੀ। ਠੀਕ ਹੈ, ਜਿਵੇਂ ਇੱਥੇ ਥੋੜੀ ਜਿਹੀ ਹੋਰ ਘਟ ਗਈ, ਹੋਰ ਉੱਪਰ ਨੂੰ ਗਏ ਹੋਰ ਘਟ ਗਈ, ਹੋਰ ਉੱਪਰ ਨੂੰ ਗਏ ਹੋਰ ਘਟ ਗਈ, ਉੱਪਰ ਗਏ ਬਿਲਕੁਲ ਜੰਮੂ ਕਸ਼ਮੀਰ ਹੈ ਨਾ, ਇਹ ਇੰਡੀਆ ਦੇ ਨਕਸ਼ੇ ਦੀ ਗੱਲ ਹੈ। ਇੱਥੇ ਸਾਡਾ ਉੱਪਰ ਟੌਪ ਤੇ ਕੀ ਹੈ ਨਾਰਵੇ, ਸਵੀਡਨ, ਫਿਨਲੈਂਡ, ਆਇਰਲੈਂਡ, ਇਹ ਸਾਰੇ ਕੀ ਨੇ ਸਕੈਂਡੀਨੇਵੀਆਈ ਦੇਸ਼ ਨੇ। ਇੱਥੇ ਸਾਡੇ ਇੱਥੇ ਕੀ ਹੈ ਗਰਮੀ ਬਿਲਕੁਲ ਹੀ ਘੱਟ ਪੈਂਦੀ ਹੈ। ਠੀਕ ਹੈ ਜੀ, ਨਾ ਬਾਤਰ ਹੀ ਹੈ ਸੂਰਜ ਹਮੇਸ਼ਾ। ਠੀਕ ਹੈ ਜੀ, ਤਾਂ ਇਹ ਕਲੀਅਰ ਹੈ। ਠੀਕ, ਤਾਂ ਪਤਾ ਚੱਲ ਗਿਆ ਗਰਮੀ ਕਿੱਥੇ ਜ਼ਿਆਦਾ ਪੈਂਦੀ ਹੈ ਭੂ-ਮੱਧ ਰੇਖਾ ਵਾਲੇ ਇਲਾਕਿਆਂ ਦੇ ਕੋਲ। ਠੀਕ ਹੈ, ਤਾਂ ਭੂ-ਮੱਧ ਰੇਖਾ ਤੇ ਸਭ ਤੋਂ ਜ਼ਿਆਦਾ ਗਰਮੀ ਮਿਲੇਗੀ। ਜਿਵੇਂ ਜਿਵੇਂ ਅਸੀਂ ਉੱਤਰੀ ਅਰਧਗੋਲੇ ਵੱਲ ਜਾਂ ਦੱਖਣੀ ਅਰਧਗੋਲੇ ਵੱਲ ਵਧਾਂਗੇ ਤਾਂ ਗਰਮੀ ਕੀ ਹੁੰਦੀ ਜਾਏਗੀ ਘੱਟ ਹੁੰਦੀ ਜਾਏਗੀ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਏਰੀਆ ਦੇ ਵਿੱਚ ਉੱਤਰੀ ਧਰੁਵ ਦੇ ਵਿੱਚ ਤੇ ਦੱਖਣੀ ਧਰੁਵ ਦੇ ਵਿੱਚ ਜਿਹੜੀ ਗਰਮੀ ਹੈ ਉਹ ਸਭ ਤੋਂ ਕੀ ਹੈ ਘੱਟ ਹੋਏਗੀ, ਕਿਉਂਕਿ ਜਿਵੇਂ ਜਿਵੇਂ ਉੱਪਰ ਜਾਵਾਂਗੇ ਬਿਲਕੁਲ ਟੌਪ ਤੇ ਜਾ ਕੇ ਗਰਮੀ ਕੀ ਹੋ ਜਾਏਗੀ ਘੱਟ, ਯਾਨੀ ਕਿ ਸਭ ਤੋਂ ਠੰਡਾ ਇਲਾਕਾ ਹੋ ਜਾਏਗਾ ਇਹ। ਠੀਕ ਹੈ, ਤਾਂ ਸੇਮ ਜਿਵੇਂ ਜਿਵੇਂ ਅਸੀਂ ਨੀਚੇ ਜਾਵਾਂਗੇ ਗਰਮੀ ਘਟਦੀ ਜਾਏਗੀ। ਤਾਂ ਇਹ ਏਰੀਆ ਕੀ ਹੋ ਗਿਆ ਸਭ ਤੋਂ ਠੰਡਾ ਹੋ ਗਿਆ, ਸਭ ਤੋਂ ਜ਼ਿਆਦਾ ਇਹ ਏਰੀਆ ਕੀ ਹੋ ਗਏ ਠੰਡੇ ਹੋ ਗਏ। ਠੀਕ ਹੈ ਜੀ, ਕਲੀਅਰ। ਤਾਂ ਸਭ ਤੋਂ ਜ਼ਿਆਦਾ ਠੰਡਾ ਪਤਾ ਚੱਲ ਗਿਆ ਨਾ ਕਿਹੜਾ ਹੋਏਗਾ। ਠੀਕ ਹੈ, ਕਲੀਅਰ ਹੈ। ਤਾਂ ਇਹ ਯਾਦ ਰੱਖਣਾ ਸਭ ਤੋਂ ਜ਼ਿਆਦਾ ਗਰਮੀ ਕਿੱਥੇ ਮਿਲੇਗੀ ਤੇ ਸਭ ਤੋਂ ਜ਼ਿਆਦਾ ਠੰਡ ਕਿੱਥੇ ਹੋਏਗੀ। ਸਭ ਤੋਂ ਜ਼ਿਆਦਾ ਗਰਮੀ ਭੂ-ਮੱਧ ਰੇਖਾ ਤੇ ਸਭ ਤੋਂ ਜ਼ਿਆਦਾ ਠੰਡ ਧਰੁਵਾਂ ਤੇ, ਉੱਤਰੀ ਧਰੁਵ ਤੇ ਦੱਖਣੀ ਧਰੁਵ ਦੇ ਕਾਰਨ, ਦੱਖਣੀ ਧਰੁਵ ਤੇ ਕਿਉਂ ਹੋਏਗੀ ਪਤਾ ਚੱਲ ਗਿਆ ਨਾ, ਕਿਉਂਕਿ ਭੂ-ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਬਿਲਕੁਲ ਸਿੱਧੀਆਂ ਪੈਂਦੀਆਂ ਨੇ ਜਦ ਕਿ ਉੱਤਰੀ ਧਰੁਵ ਤੇ ਦੱਖਣੀ ਧਰੁਵ ਤੇ ਤਿਰਛੀਆਂ। ਠੀਕ ਹੈ ਜੀ, ਕਲੀਅਰ ਹੈ। ਚਲੋ ਹੁਣ ਅੱਗੇ ਹੈ ਸਾਡਾ ਦੈਨਿਕ ਗਤੀ ਦੇ ਕਾਰਨ ਹੋਰ ਕੀ ਕੀ ਹੁੰਦਾ ਹੈ। ਦੇਖੋ ਇੱਕ ਹੈ ਸਾਡਾ ਹਵਾਵਾਂ। ਹੁਣ ਜਦੋਂ ਅਸੀਂ ਧਰਤੀ ਕੀ ਹੈ ਸਾਡੀ ਘੁੰਮ ਰਹੀ ਹੈ ਆਪਣੇ ਧੁਰੇ ਦੁਆਲੇ ਕੀ ਹੈ ਘੁੰਮ ਰਹੀ ਹੈ, ਜਿਸਨੂੰ ਅਸੀਂ ਕੀ ਬੋਲਦੇ ਹਾਂ ਦੈਨਿਕ ਗਤੀ। ਤਾਂ ਜਦੋਂ ਦੈਨਿਕ ਗਤੀ ਕਰਦੀ ਹੈ ਤਾਂ ਉਸ ਸਮੇਂ ਸਾਡੀਆਂ ਕਿਹੜੀਆਂ ਹਵਾਵਾਂ ਵੀ ਚੱਲਦੀਆਂ ਨੇ। ਤਾਂ ਹਵਾਵਾਂ ਦੀ ਜਿਹੜੀ ਦਿਸ਼ਾ ਹੁੰਦੀ ਹੈ ਬੱਚੇ ਉਹ ਯਾਦ ਰੱਖਣੀ ਹੈ ਤੁਸੀਂ। ਆ ਸਾਡਾ ਨਦਨ ਹੈਮੀਸਫੇਅਰ ਹੈ। ਨਦਨ ਹੈਮੀਸਫੇਅਰ ਦਾ ਮਤਲਬ ਉੱਤਰੀ ਅਰਧ ਗੋਲਾ। ਉੱਤਰੀ ਅੱਧਾ ਗੋਲਾ ਨਾ, ਇਹ ਅੱਧੇ ਨੂੰ ਕੀ ਬੋਲਦੇ ਨੇ ਅਰਧ ਗੋਲਾ। ਠੀਕ ਹੈ, ਤਾਂ ਜਿਹੜਾ ਉੱਤਰੀ ਅਰਧ ਗੋਲਾ ਉੱਥੇ ਜਿਹੜੀ ਹਵਾਵਾਂ ਦੀ ਦਿਸ਼ਾ ਹੈ, ਠੀਕ ਹੈ, ਹਵਾਵਾਂ ਦੀ ਦਿਸ਼ਾ ਉਹ ਹਮੇਸ਼ਾ ਕੀ ਹੁੰਦੀ ਹੈ ਸੱਜੇ ਪਾਸੇ ਵੱਲ ਹੁੰਦੀ ਹੈ। ਕਿੱਥੇ ਹੁੰਦੀ ਹੈ ਸੱਜੇ ਪਾਸੇ ਵੱਲ। ਹਮੇਸ਼ਾ ਹਵਾਵਾਂ ਕਿੱਧਰ ਨੂੰ ਚੱਲਣਗੀਆਂ ਸੱਜੇ ਪਾਸੇ ਵੱਲ। ਠੀਕ ਹੈ ਜੀ, ਤੇ ਜਿਹੜਾ ਸਾਡਾ ਦੱਖਣੀ ਅਰਧ ਗੋਲਾ ਹੈ ਸਦਰਨ ਹੈਮੀਸਫੇਅਰ, ਦੱਖਣੀ ਅਰਧ ਗੋਲਾ, ਦੱਖਣੀ ਅਰਧ ਗੋਲੇ ਵਿੱਚ ਜਿਹੜੀਆਂ ਹਵਾਵਾਂ ਨੇ ਉਹ ਕਿੱਥੇ ਨੂੰ ਜਾਣਗੀਆਂ ਖੱਬੇ ਪਾਸੇ ਵੱਲ ਨੂੰ। ਕਿੱਥੇ ਜਾਣਗੀਆਂ ਖੱਬੇ ਪਾਸੇ ਵੱਲ ਨੂੰ। ਹੁਣ ਇਹ ਜਿਹੜੀ ਦਿਸ਼ਾਵਾਂ ਨੇ ਇਹ ਸਾਨੂੰ ਕਿਹਨੇ ਦੱਸੀਆਂ ਕਿ ਉੱਤਰੀ ਅਰਧ ਗੋਲੇ ਵਿੱਚ ਜਿਹੜੀ ਹਵਾਵਾਂ ਦੀ ਦਿਸ਼ਾ ਉਹ ਹਮੇਸ਼ਾ ਕੀ ਹੁੰਦੀ ਹੈ ਸੱਜੇ ਪਾਸੇ ਵੱਲ, ਤੇ ਜਿਹੜਾ ਦੱਖਣੀ ਅਰਧ ਗੋਲਾ ਉੱਥੇ ਹਵਾਵਾਂ ਦੀ ਜਿਹੜੀ ਦਿਸ਼ਾ ਉਹ ਕੀ ਹੁੰਦੀ ਹੈ ਹਮੇਸ਼ਾ ਖੱਬੇ ਪਾਸੇ ਵੱਲ ਹੁੰਦੀ ਆ। ਹਵਾਵਾਂ ਕਿੱਧਰ ਨੂੰ ਚੱਲਣਗੀਆਂ ਦੱਖਣੀ ਅਰਧ ਗੋਲੇ ਵਿੱਚ ਖੱਬੇ ਪਾਸੇ ਨੂੰ, ਤੇ ਉੱਤਰੀ ਅਰਧ ਗੋਲੇ ਵਿੱਚ ਹਵਾਵਾਂ ਕਿੱਥੇ ਚੱਲਦੀਆਂ ਨੇ ਸੱਜੇ ਪਾਸੇ ਨੂੰ। ਤਾਂ ਹੁਣ ਜਿਹੜਾ ਇੰਡੀਆ ਆਪਣਾ ਉਹ ਕਿੱਥੇ ਹੈ ਉੱਤਰੀ ਅਰਧ ਗੋਲੇ ਦੇ ਵਿੱਚ। ਤਾਂ ਇੰਡੀਆ ਦੇ ਵਿੱਚ ਜਿਹੜੀਆਂ ਹਵਾਵਾਂ ਨੇ ਉਹ ਕਿਹੜੀ ਦਿਸ਼ਾ ਚੱਲਣਗੀਆਂ ਸੱਜੇ ਪਾਸੇ ਵੱਲ। ਤੇ ਦੱਖਣ ਦੇ ਵਿੱਚ ਜਿਹੜੀਆਂ ਦੱਖਣੀ ਅਰਧ ਗੋਲੇ ਦੇ ਵਿੱਚ ਦੇਸ਼ ਆਉਂਦੇ ਨੇ ਉੱਥੇ ਹਵਾਵਾਂ ਕਿਹੜੇ ਪਾਸੇ ਚੱਲਣਗੀਆਂ ਖੱਬੇ ਪਾਸੇ ਵੱਲ, ਖੱਬੇ ਪਾਸੇ ਦੀ ਦਿਸ਼ਾ ਵੱਲ। ਹੁਣ ਇਹ ਜਿਹੜਾ ਸਾਨੂੰ ਗਿਆਨ ਹੈ ਕਿਹਨੇ ਵੰਡਿਆ, ਇਹ ਸਾਨੂੰ ਗਿਆਨ ਫੈਰਲ ਭਾਈ ਸਾਹਿਬ ਨੇ ਦਿੱਤਾ। ਕਿਹਨੇ ਦਿੱਤਾ ਫੈਰਲ ਨੇ। ਠੀਕ ਹੈ, ਤਾਂ ਇਹਦਾ ਜਿਹੜਾ ਹਵਾਵਾਂ ਦੀ ਚੱਲਣ ਦੀ ਦਿਸ਼ਾ ਹੈ
ਹਵਾਵਾਂ ਦੀ ਜਿਹੜੀ ਦਿਸ਼ਾ ਹੈ ਇਹਦਾ ਗਿਆਨ ਹੈ ਜਿਹੜਾ ਸਾਨੂੰ ਕਿਹਨੇ ਦੱਸਿਆ? ਫੈਰਲ ਨਾਮ ਦਾ ਇੱਕ ਵਿਗਿਆਨੀ ਸੀ। ਠੀਕ ਹੈ, ਤਾਂ ਫੈਰਲ ਨੇ ਆਪਣਾ ਇੱਕ ਰੂਲ ਦਿੱਤਾ, ਉਸ ਰੂਲ ਦੇ ਅਕੋਰਡਿੰਗ ਜਿਹੜੀਆਂ ਇਹ ਦਿਸ਼ਾਵਾਂ ਨੇ ਅਸੀਂ ਕੱਢਦੇ ਹਾਂ। ਠੀਕ ਹੈ, ਉੱਤਰੀ ਅਰਧਗੋਲੇ ਦੇ ਵਿੱਚ ਸੱਜੀ ਦਿਸ਼ਾ ਸੱਜੇ ਪਾਸੇ ਵੱਲ, ਦੱਖਣੀ ਅਰਧਗੋਲੇ ਦੇ ਵਿੱਚ ਇਹ ਖੱਬੇ ਪਾਸੇ ਵੱਲ ਨੂੰ ਚੱਲਦੀਆਂ ਨੇ। ਠੀਕ ਹੈ ਜੀ, ਕਲੀਅਰ ਹੈ? ਚਲੋ, ਤਾਂ ਹਵਾਵਾਂ ਦੀ ਦਿਸ਼ਾ ਪਤਾ ਲੱਗ ਗਈ। ਤਾਂ ਇਹ ਸੀਗਾ ਸਾਡਾ ਦੈਨਿਕ ਗਤੀ। ਤਾਂ ਧਰਤੀ ਦੀ ਇੱਕ ਗਤੀ ਬਾਰੇ ਸਾਨੂੰ ਪਤਾ ਚੱਲ ਗਿਆ, ਕਿਹੜੀ ਗਤੀ ਹੈ? ਦੈਨਿਕ ਗਤੀ। ਕੀ ਹੈ ਹੁਣ ਇੱਕ ਵਾਰੀ ਆਪਾਂ ਦੇਖ ਲੈਂਦੇ ਹਾਂ ਹੁੰਦਾ ਕੀ ਹੈ। ਠੀਕ ਹੈ, ਤਾਂ ਦੈਨਿਕ ਗਤੀ 'ਚ ਅਸੀਂ ਕੀ ਕਵਰ ਕਰਿਆ? ਦੈਨਿਕ ਗਤੀ ਹੁੰਦੀ ਕੀ ਹੈ? ਪਹਿਲਾਂ ਤਾਂ ਇਹ ਦੱਸੋ, ਧਰਤੀ ਦੇ ਆਪਣੇ ਧੁਰੇ ਦੁਆਲੇ ਇੱਕ ਦਿਨ ਦੇ ਵਿੱਚ ਜੋ ਚੱਕਰ ਪੂਰਾ ਹੁੰਦਾ ਏ ਉਸ ਨੂੰ ਅਸੀਂ ਕੀ ਬੋਲਦੇ ਹਾਂ? ਦੈਨਿਕ ਗਤੀ। ਦੈਨਿਕ ਗਤੀ ਪੂਰਾ ਕਰਨ ਲਈ ਕਿੰਨਾ ਸਮਾਂ ਲੱਗਦਾ ਏ? 24 ਘੰਟੇ ਦਾ, ਜਿਸ ਨੂੰ ਅਸੀਂ ਕੀ ਬੋਲਦੇ ਹਾਂ? ਇੱਕ ਦਿਨ ਬੋਲਦੇ ਹਾਂ। ਹੁਣ ਜਿਹੜਾ ਇਹ ਧਰਤੀ ਆਪਣੇ ਧੁਰੇ ਦੁਆਲੇ ਕਿਸ ਦਿਸ਼ਾ ਵੱਲ ਘੁੰਮਦੀ ਹੈ? ਪੱਛਮ ਤੋਂ ਪੂਰਬ ਵੱਲ। ਇਸੇ ਕਰਕੇ ਸਾਨੂੰ ਸੂਰਜ ਹੈ ਜਿਹੜਾ ਉਹ ਕੀ ਹੈ? ਪੂਰਬ ਤੋਂ ਚੜ੍ਹਦਾ ਹੋਇਆ ਤੇ ਪੱਛਮ ਵੱਲ ਛੁਪਦਾ ਹੋਇਆ ਨਜ਼ਰ ਆਉਂਦਾ ਹੈ। ਠੀਕ ਹੈ ਜੀ, ਹੁਣ ਜਿਹੜੀ ਧਰਤੀ ਹੈ ਇਹ ਕੀ ਹੈ? ਸੂਰਜ ਦੁਆਲੇ ਵੀ ਘੁੰਮਦੀ ਹੈ। ਇਹ ਸਾਨੂੰ ਕਿਸ ਨੇ ਦੱਸਿਆ? ਗੈਲੀਲੀਓ ਤੇ ਕੋਪਰਨਿਕਸ ਨੇ। ਕਿਹਨੇ ਦੱਸਿਆ ਸੀ ਸਾਨੂੰ? ਗੈਲੀਲੀਓ ਤੇ ਕੋਪਰਨਿਕਸ ਨੇ ਦੱਸਿਆ ਸੀ। ਠੀਕ ਹੈ ਜੀ, ਕਲੀਅਰ ਹੈ? ਉਸ ਤੋਂ ਬਾਅਦ ਅਸੀਂ ਕੀ ਦੇਖਿਆ? ਅਸੀਂ ਦੇਖਿਆ ਕਿ ਜਿਹੜੀ ਧਰਤੀ ਦਾ ਧੁਰਾ ਹੈ ਆਪਣੇ ਧੁਰੇ ਤੇ ਇਹ 23.5 ਡਿਗਰੀ ਝੁਕੀ ਹੋਈ ਹੈ, ਜਦ ਕਿ ਆਪਣੇ ਇਹ ਗ੍ਰਹਿ ਪੱਥ ਤੋਂ 66 ਡਿਗਰੀ ਦਾ ਕੋਣ ਬਣਾਉਂਦੀ ਹੈ। ਠੀਕ ਹੈ ਜੀ, ਆ ਸਾਨੂੰ ਪਤਾ ਲੱਗ ਗਿਆ ਦਿਸ਼ਾ ਇਹਦੀ ਜਿਹੜੀ ਹੈ ਪੱਛਮ ਤੋਂ ਪੂਰਬ ਵੱਲ ਹੈ ਤੇ ਧੁਰੇ ਤੇ ਕਿੰਨੀ ਝੁਕੀ ਹੋਈ ਹੈ? 23.5 ਡਿਗਰੀ। ਠੀਕ ਹੈ, ਹੁਣ ਜਦੋਂ ਧਰਤੀ ਧੁਰੇ ਦੁਆਲੇ ਘੁੰਮਦੀ ਹੈ ਤੇ ਜਿਹੜਾ ਹਿੱਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਉੱਥੇ ਕੀ ਹੋ ਜਾਂਦਾ ਹੈ? ਦਿਨ ਹੋ ਜਾਂਦਾ ਹੈ, ਤੇ ਜਿਹੜਾ ਹਿੱਸਾ ਸੂਰਜ ਦੇ ਦੂਸਰੇ ਪਾਸੇ ਹੋ ਜਾਂਦਾ ਹੈ ਉੱਥੇ ਕੀ ਹੋ ਗਈ? ਰਾਤ। ਜਿਵੇਂ ਹੁਣ ਮੇਰਾ ਫਰੰਟ ਫੇਸ ਹੈ ਤਾਂ ਤੁਹਾਡੇ ਲਈ ਇਹ ਕੀ ਹੈ? ਹੁਣ ਕੀ ਹੈ? ਸੂਰਜ ਇਹਦੇ ਤੇ ਚਮਕ ਪੈ ਰਹੀ ਹੈ, ਦਿਖ ਰਿਹਾ, ਜਿਹੜਾ ਹਿੱਸਾ ਦਿਖ ਰਿਹਾ ਉਹ ਦਿਨ, ਤੇ ਮੇਰਾ ਦੂਸਰਾ ਹਿੱਸਾ ਨਹੀਂ ਵਿਜ਼ੀਬਲ। ਠੀਕ ਹੈ, ਨਹੀਂ ਵਿਜ਼ੀਬਲ, ਨਹੀਂ ਦਿਖ ਰਿਹਾ, ਤਾਂ ਉਹ ਕੀ ਹੋਗੀ? ਰਾਤ। ਸੇਮ ਧਰਤੀ ਦਾ ਅਗਲਾ ਹਿੱਸਾ ਜਿਹੜੇ ਜਿੱਥੇ ਸੂਰਜ ਦੇ ਸਾਹਮਣੇ ਚਮਕ ਪੈ ਰਹੀ ਹੈ ਉਹ ਕੀ ਹੈ? ਦਿਨ, ਤੇ ਜਿਹੜਾ ਪਿਛਲਾ ਹਿੱਸਾ ਹੋ ਗਿਆ ਉੱਥੇ ਕੀ ਹੋ ਜਾਂਦੀ ਹੈ? ਰਾਤ। ਪਰ ਜੇ ਧਰਤੀ ਸਥਿਰ ਰਹਿੰਦੀ ਤਾਂ ਹਮੇਸ਼ਾ ਇੱਥੇ ਕੀ ਰਹਿਣਾ ਸੀ? ਇੱਕ ਹਿੱਸੇ ਵਿੱਚ ਦਿਨ ਤੇ ਇੱਕ ਹਿੱਸੇ ਦੇ ਵਿੱਚ ਰਾਤ। ਤਾਂ ਧਰਤੀ ਦੀ ਦੈਨਿਕ ਗਤੀ ਦੇ ਕਾਰਨ ਸਾਨੂੰ ਪਹਿਲਾ ਪ੍ਰਭਾਵ ਦੇਖਣ ਨੂੰ ਕੀ ਮਿਲਿਆ? ਕਿ ਧਰਤੀ ਦੀ ਗਤੀ ਦੇ ਕਾਰਨ ਸਾਨੂੰ ਕੀ ਦੇਖਣ ਨੂੰ ਮਿਲਦਾ ਹੈ? ਦਿਨ ਅਤੇ ਰਾਤ। ਠੀਕ ਹੈ, ਤਾਂ ਧਰਤੀ ਦੀ ਦੈਨਿਕ ਗਤੀ ਦਾ ਪਹਿਲਾ ਪ੍ਰਭਾਵ ਕੀ ਹੈ? ਸਾਨੂੰ ਕੀ ਮਿਲਿਆ ਇਹਦਾ ਰਿਜ਼ਲਟ ਦੇਖਣ ਨੂੰ? ਕਿ ਧਰਤੀ ਦੇ ਦੈਨਿਕ ਗਤੀ ਦੇ ਕਾਰਨ ਸਾਨੂੰ ਕੀ ਦੇਖਣ ਨੂੰ ਮਿਲਿਆ? ਦਿਨ ਅਤੇ ਰਾਤ ਬਣੇ। ਠੀਕ ਹੈ, ਦੂਸਰਾ, ਹੁਣ ਦੈਨਿਕ ਗਤੀ ਦੇ ਕਾਰਨ ਹੀ ਕੁਝ ਸਵੇਰੇ ਸਾਨੂੰ ਜਿਹੜਾ ਸੂਰਜ ਹੈ ਉਹ ਕੀ ਹੈ? ਸਵੇਰੇ ਤੇ ਸ਼ਾਮ ਵੇਲੇ ਕੀ ਹੈ? ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਨੇ। ਸੂਰਜ ਦੀਆਂ ਕਿਰਨਾਂ ਕੀ ਪੈਂਦੀਆਂ ਨੇ? ਤਿਰਛੀਆਂ, ਜਿਸ ਕਰਕੇ ਹੀਟ ਕੀ ਹੈ? ਘੱਟ ਮਿਲਦੀ ਹੈ ਤੇ ਗਰਮੀ ਘੱਟ ਮਹਿਸੂਸ ਹੁੰਦੀ ਹੈ। ਜਦਕਿ ਦਿਨ ਦੇ ਸਮੇਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਬਿਲਕੁਲ ਸਿੱਧੀਆਂ ਪੈਂਦੀਆਂ ਨੇ, ਜਿਸ ਕਰਕੇ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ ਤੇ ਗਰਮ ਰਹਿੰਦਾ ਹੈ। ਦਿਨ ਦੇ ਸਮੇਂ ਕੀ ਹੈ? ਵਾਤਾਵਰਨ ਕਿਹੋ ਜਿਹਾ ਰਹਿੰਦਾ ਧਰਤੀ ਦਾ? ਗਰਮ ਰਹਿੰਦਾ ਹੈ। ਹੁਣ ਪੂਰੀ ਧਰਤੀ ਦੇ ਉੱਪਰ ਸਭ ਤੋਂ ਜ਼ਿਆਦਾ ਗਰਮੀ ਸਾਨੂੰ ਕਿੱਥੇ ਦੇਖਣ ਨੂੰ ਮਿਲੂਗੀ? ਭੂ-ਮੱਧ ਰੇਖਾ ਤੇ। ਕਿਉਂ ਮਿਲੇਗੀ? ਕਿਉਂਕਿ ਸੂਰਜ ਦੀਆਂ ਕਿਰਨਾਂ ਇੱਥੇ ਬਿਲਕੁਲ ਸਿੱਧੀਆਂ ਪੈ ਰਹੀਆਂ ਨੇ। ਭੂ-ਮੱਧ ਰੇਖਾ ਹੁੰਦੀ ਕੀ ਹੈ? ਪੂਰਬ ਤੋਂ ਪੱਛਮ ਤੱਕ ਮਿਲਾਉਣ ਵਾਲੀ ਇੱਕ ਕਲਪਿਤ ਰੇਖਾ ਕੀ ਹੈ? ਸਾਡੀ ਭੂ-ਮੱਧ ਰੇਖਾ ਹੈ। ਕੀ ਇਹ ਵਾਸਤਵ ਦੇ ਵਿੱਚ ਹੈ? ਨਹੀਂ, ਇਹ ਸਾਇੰਟਿਸਟ ਨੇ, ਵਿਗਿਆਨੀਆਂ ਨੇ ਆਪਣੀ ਸਮਝ ਦੇ ਲਈ ਇਸ ਨੂੰ ਮੰਨ ਲਿਆ ਹੈ। ਠੀਕ ਹੈ, ਕੁਝ ਗੱਲਾਂ ਨੂੰ ਹੱਲ ਕਰਨ ਲਈ ਮੰਨ ਲਿਆ ਹੈ। ਤਾਂ ਪੂਰਬ ਤੋਂ ਪੱਛਮ ਤੱਕ ਮਿਲਾਉਣ ਵਾਲੀ ਜਿਹੜੀ ਰੇਖਾ ਹੈ ਉਹ ਕੀ ਹੈ? ਸਾਡੀ ਇੱਕ ਭੂ-ਮੱਧ ਰੇਖਾ ਹੈ। ਤਾਂ ਭੂ-ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਹਮੇਸ਼ਾ ਕੀ ਨੇ? ਸਿੱਧੀਆਂ ਪੈਂਦੀਆਂ ਨੇ। ਇਸ ਕਰਕੇ ਸਾਨੂੰ ਇੱਥੇ ਸਭ ਤੋਂ ਜ਼ਿਆਦਾ ਗਰਮੀ ਦੇਖਣ ਨੂੰ ਮਿਲੇਗੀ। ਜਿਵੇਂ ਜਿਵੇਂ ਅਸੀਂ ਭੂ-ਮੱਧ ਰੇਖਾ ਤੋਂ ਉੱਪਰ ਵੱਲ ਨੂੰ ਚੱਲਾਂਗੇ ਉੱਤਰੀ ਅਰਧਗੋਲੇ ਵੱਲ, ਜਾਂ ਦੱਖਣ ਵੱਲ ਨੂੰ ਜਾਵਾਂਗੇ ਦੱਖਣੀ ਅਰਧਗੋਲੇ ਵੱਲ, ਤਾਂ ਉਵੇਂ ਉਵੇਂ ਸਾਨੂੰ ਗਰਮੀ ਕੀ ਹੈ? ਘੱਟ ਮਹਿਸੂਸ ਹੁੰਦੀ ਜਾਏਗੀ। ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉੱਤਰੀ ਅਰਧਗੋਲੇ ਦੇ ਉੱਤਰੀ ਧਰੁਵ ਤੇ ਦੱਖਣੀ ਅਰਧਗੋਲੇ ਦੇ ਦੱਖਣੀ ਧਰੁਵ ਤੇ ਸਾਨੂੰ ਹਮੇਸ਼ਾ ਕੀ ਹੈ? ਠੰਡ ਦੇਖਣ ਨੂੰ ਮਿਲੇਗੀ। ਤਾਂ ਸਭ ਤੋਂ ਠੰਡੇ ਇਲਾਕੇ ਉੱਤਰੀ ਧਰੁਵ ਤੇ ਦੱਖਣੀ ਧਰੁਵ, ਤੇ ਸਭ ਤੋਂ ਗਰਮ ਇਲਾਕਾ ਭੂ-ਮੱਧ ਰੇਖਾ ਵਾਲਾ। ਠੀਕ ਹੈ ਜੀ, ਕਲੀਅਰ ਹੈ? ਤਾਂ ਇਹ ਸੀਗੀ ਸਾਡੀ ਦੈਨਿਕ ਗਤੀ ਤੇ ਉਹਦੇ ਕਾਰਨ ਹੋਣ ਵਾਲੇ ਪ੍ਰਭਾਵ। ਕਲੀਅਰ ਹੈ? ਚਲੋ, ਤਾਂ ਉਹ ਹਵਾਵਾਂ ਦੀ ਦਿਸ਼ਾ ਦੱਸ ਹੀ ਦਿੱਤੀ। ਹਵਾਵਾਂ ਦੀ ਦਿਸ਼ਾ ਕੀ ਹੈ? ਉੱਤਰੀ ਅਰਧਗੋਲੇ ਵਿੱਚ ਹਵਾਵਾਂ ਸੱਜੇ ਪਾਸੇ ਵੱਲ ਨੂੰ ਚੱਲਦੀਆਂ ਨੇ ਤੇ ਦੱਖਣੀ ਅਰਧਗੋਲੇ ਦੇ ਵਿੱਚ ਹਵਾਵਾਂ ਖੱਬੇ ਪਾਸੇ ਨੂੰ ਚੱਲਦੀਆਂ ਨੇ। ਇਹ ਰੂਲ ਸਾਨੂੰ ਕਿਹਨੇ ਦੱਸਿਆ? ਫੈਰਲ ਨਾਮ ਦੇ
ਵਿਗਿਆਨੀ ਨੇ ਦੱਸਿਆ ਸੀ। ਠੀਕ ਹੈ ਜੀ, ਕਲੀਅਰ ਹੈ। ਹੁਣ ਤੁਸੀਂ ਇਹਨੂੰ ਇੱਕ ਵਾਰੀ ਹੋਰ ਧਿਆਨ ਨਾਲ ਦੇਖਣਾ ਵੀਡੀਓ ਨੂੰ, ਤੇ ਫਿਰ ਜਿਹੜਾ ਤੁਹਾਡੀ ਕਿਤਾਬ ਦੇ ਵਿੱਚ ਪਾਠ ਦਿੱਤਾ ਹੋਇਆ ਹੈ ਤੁਸੀਂ ਹੁਣ ਇਹਨੂੰ ਖੁਦ ਖੋਲ ਕੇ ਪੜ੍ਹਨਾ। ਆਈ ਹੋਪ ਕਿ ਤੁਹਾਡੇ ਸਾਰੇ ਜਿੰਨੇ ਵੀ ਡਾਊਟ ਨੇ ਉਹ ਕਲੀਅਰ ਹੋ ਗਏ ਹੋਣਗੇ। ਠੀਕ ਹੈ ਜੀ, ਚਲੋ ਫਿਰ ਹੁਣ ਆਪਾਂ ਅੱਗੇ ਅਗਲੀ ਜਮਾਤ ਦੇ ਵਿੱਚ ਪੜਾਂਗੇ ਦੂਸਰੀ ਹੋਰ ਗਤੀਆਂ ਦੇ ਬਾਰੇ ਚ। ਕਲੀਅਰ? ਓਕੇ ਜੀ।